हाँ जी मैम, नमस्कार जी। जी मैम। हाँ जी मैम, करा मैं स्टार्ट? हाँ जी हाँ जी जी हाँ जी। ठीक है जी, थैंक यू मैम। हेलो, हाँ जी, गुड आफ्टरनून। हेलो बेटा, आवाज आ रही सारे नु? जी आ रही मैम, आ रही है। ठीक है, ओके जी। आई एम रमनदीप कौर फ्रॉम गवर्नमेंट आईटी मोहाली। ठीक है, ਮੇਰੀ ਟ੍ਰੇਡ ਹੈ ਸੈਕਟਰੀਅਲ ਪ੍ਰੈਕਟਿਸ ਇੰਗਲਿਸ਼ ਤੇ ਇਹਦੇ ਵਿੱਚ ਅਸੀਂ ਅੱਜ ਆਪਣਾ ਵੀਕ ਕਵਰ ਕਰ ਰਹੇ ਹਾਂ 11 ਠੀਕ ਹੈ, ਜਿਹਦੇ ਵਿੱਚ ਸਾਡਾ ਟੌਪਿਕ ਹੋਏਗਾ ਇਨੀਸ਼ੀਅਲ ਹੁਕਸ। ਠੀਕ ਹੈ, ਸ਼ਾਰਟ ਹੈਂਡ ਦਾ ਟੌਪਿਕ ਹੈ, ਤੁਸੀਂ ਸਾਰੇ ਅਵੇਅਰ ਇਸ ਟੌਪਿਕ ਦੇ ਨਾਲ, लेकिन फिर भी चलो क्योंकि अपना रिवीजन का टॉपिक चल रहा है, रिवीजन करके ਅਸੀਂ ऑलरेडी ਤੁਸੀਂ ਕੀਤਾ ਹੋਇਆ ਟੌਪਿਕ ਲੇਕਿन ਆਪਾਂ ਰਿਪੀਟ ਕਰਾਂਗੇ। लेकिन टॉपिक स्टार्ट ਕਰਨ ਤੋਂ ਪਹਿਲਾਂ थोड़ा ਜਿਹਾ मैं ਤੁਹਾਨੂੰ अपनी ITI ਬਾਰੇ ਦੱਸਣਾ ਚਾਹੂੰਗੀ ਕਿ अपनी ITI ਦੀ ਵਿੱਚ ਐਟ ਪ੍ਰੈਜ਼ੈਂਟ ਐਡਮਿਸ਼ਨ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ। ਠੀਕ ਹੈ, ITI ਮੋਹਾਲੀ ਦੇ ਵਿੱਚ, ਔਰ ਜਿਹੜੀਆਂ ਤੁਹਾਨੂੰ ਟ੍ਰੇਡਸ ਸਕਰੀਨ ਤੇ ਡਿਸਪਲੇ ਹੋ ਰਹੀਆਂ ਐਟ ਪ੍ਰੈਜ਼ੈਂਟ, ਇਹ ट्रेड्स के लिए एडमिशंस ओपन हो चुकी है। सो ये ट्रेड्स सब तो पहले ऊपर डिस्प्ले हो रही है कोपा, कंप्यूटर ऑपरेटर एंड प्रोग्रामिंग असिस्टेंट। सेकंड वन इज अ कंप्यूटर हार्डवेयर एंड नेटवर्क मेंटेनेंस। थर्ड है सैकटरीयल प्रैक्टिस, जिहदे विच ब्रैकेट्स लिखा हुआ है इंग्लिश स्टेनोग्राफी। फोर्थ है बेसिक कॉस्मेटोलॉजी, जिहदे च की पार्लर नाल रिलेटेड है। फिफ्थ है पंजाबी स्टेनोग्राफी। फोर्थ एंड फिफ्थ ਜਿਹੜੀ ਹੈਗੀਆਂ ਸਾਡੀ ਪਾਰਲਰ ਨਾਲ ਰਿਲੇਟਡ ਔਰ ਪੰਜਾਬੀ ਸਟੈਨੋਗ੍ਰਾਫੀ, ਇਹ ਦੋਨੋਂ ਹੀ ਵੈਲਫੇਅਰ ਸਕੀਮ ਦੇ ਅੰਡਰ ਆਉਂਦੀਆਂ ਹਨ। ਠੀਕ ਹੈ, ਉਸ ਤੋਂ ਬਾਅਦ ਅਗਲੀ ਹੈ ਆਪਣੀ ਸਰਫੇਸ ਆਰਨਾਮੈਂਟੇਸ਼ਨ, ਜਿਹਦੇ 'ਚ ਕਿ ਅਸੀਂ ਐਮਬਰਾਇਡਰੀ ਕਵਰ ਕਰਾਂਗੇ। ਸਵਿੰਗ ਟੈਕਨੋਲੋਜੀ, ਕਟਿੰਗ ਐਂਡ ਸਵਿੰਗ, ਇਹ ਦੋਨੋਂ ਟ੍ਰੇਡਸ ਵੀ ਕੋਰਿਲੇਟਡ ਹੈਗੀਆਂ, ਐਮਬਰਾਇਡਰੀ ਐਂਡ ਕਟਿੰਗ। ਉਸ ਤੋਂ ਬਾਅਦ ਅੱਗੇ ਹੈ ਇਲੈਕਟ੍ਰੋਨਿਕ ਮਕੈਨਿਕ ਐਂਡ ICTSM, ਡਰਾਫਟਸਮੈਨ ਸਿਵਲ ਐਂਡ ਡਰਾਫਟਸਮੈਨ ਮਕੈਨੀਕਲ। ਇਹ ਚਾਰੋਂ ਟ੍ਰੇਡਸ ਜਿਹੜੀਆਂ ਹੈ ਇਹ 2 ਇਅਰਸ ਹੈ, ਔਰ ਚਾਰਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਹਰ ਟ੍ਰੇਡ ਦੇ ਵਿੱਚ ਐਟ ਪ੍ਰੈਜ਼ੈਂਟ ਕੰਪਿਊਟਰ ਕਵਰੇਜ ਹੈਗੀ, ਸਾਰਿਆਂ ਦੇ ਵਿੱਚ ਕੰਪਿਊਟਰਸ ਵੀ ਹੈ ਜੋ ਇਹਨਾਂ ਦੇ ਮੇਨ ਹੈਗੇ ਆ। ਉਸ ਤੋਂ ਇਲਾਵਾ ਸੋ ਐਡਮਿਸ਼ਨ ਓਪਨ ਹੈ, ਤੁਸੀਂ ਪਲੀਜ਼ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਰਿਲੇਟਿਵ ਜੋ ਵੀ ਹੈ, ਐਡਮਿਸ਼ਨ ਓਨਲੀ ਫॉर गर्ल्स है, अगर कोई लेना चाहन तो एडमिशंस ले सकते हैं, ओपन है। ऑनलाइन भी ले सकते हो, ਇੱਥੇ ਆ ਕੇ ਸਾਡੀ ਕੋਈ ਹੈਲਪ ਡੈਸਕ ਤੋਂ ਹੈਲਪ ਚਾਹੀਦੀ ਹੈ ਤਾਂ ਉਹ ਵੀ ਕਰੋ। ਠੀਕ ਹੈ, ਲੇਕਿਨ ਮੈਕਸਿਮਮ ਜਿਹੜੀ ਹੈ ਸਾਨੂੰ ਐਟ ਪ੍ਰੈਜ਼ੈਂਟ ਤੁਸੀਂ ਐਡਮਿਸ਼ਨ ਲਓ ਤਾਂ ਕਿ ਆਪਣੀ ਇੱਕ ਗੋਲਡਨ ਓਪਰਚੁਨਿਟੀ ਤੁਸੀਂ ਅਵੇਲ ਕਰੋ। ਐਟ ਪ੍ਰੈਜ਼ੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣਾ ਘਰ ਨਹੀਂ ਬੈਠਣਾ। ਕੋਈ ਵੀ ਤੁਹਾਡੇ ਆਸ-ਪਾਸ ਕੋਈ फ्री बच्चा बैठा है या कोई +2 पास है, 10th पास है, ठीक है, तो वो अपना आके एडमिशन जरूर लो ITI मोहाली ਦੇ ਵਿੱਚ। ठीक है, ये जरूरी है। ਹੁਣ ਇਸ ਤੋਂ ਬਾਅਦ ਅਸੀਂ ਆਪਣਾ ਥਰਡ ਟੌਪਿਕ ਸਟਾਰਟ ਕਰਨਾ ਹੈ। ਟੌਪਿਕ ਦਾ ਨੇਮ ਹੈ ਇਨੀਸ਼ੀਅਲ ਸਮਾਲ ਹੁਕਸ, ਯਾਨੀ ਕਿ ਡਬਲ ਕੌਨਸੋਨੈਂਟ। ਅਸੀਂ ਫਸਟ ਚੈਪਟਰ ਦੇ ਵਿੱਚ ਕੀਤੇ ਸੀਗੇ ਕੌਨਸੋਨੈਂਟਸ। ਠੀਕ ਹੈ, P2 ਹੈ 24+2, ਅਸੀਂ 26 ਸਟ੍ਰੋਕਸ ਕੀਤੇ ਸੀਗੇ, PBTD JJKK। ਉਹਦੇ ਵਿੱਚ ਅਸੀਂ ਉਸ ਤੋਂ ਬਾਅਦ ਅੱਗੇ ਆਪਾਂ ਕੀਤੇ ਦੋ ਸੀਗੇ ਸਾਡੇ ਕੋਲ ਆਲਰੇਡੀ, R and L। ਠੀਕ ਹੈ, R and L ਅਸੀਂ ਫਸਟ ਚੈਪਟਰ ਦੇ ਵਿੱਚ ਦੋ ਕੀਤੇ ਸੀ, ਇੱਕ R ਅਪਵਰਡ ਐਂਡ ਡਾਊਨਵਰਡ, L ਵੀ ਅਪਵਰਡ ਐਂਡ ਡਾਊਨਵਰਡ। ਸੋ ਸਾਡਾ ਫਸਟ ਜਿਹੜਾ ਟੌਪਿਕ ਹੈ ਵਟ ਆਰ ਦਾ ਇਨੀਸ਼ੀਅਲ ਸਮਾਲ ਹੁਕਸ, ਯਾਨੀ ਕਿ ਇਨੀਸ਼ੀਅਲ ਸਮਾਲ ਹੁਕਸ ਕੀ ਚੀਜ਼ ਹੈ। ਅਸੀਂ ਸ਼ਾਰਟ ਹੈਂਡ ਕਰ ਰਹੇ ਹਾਂ। ਸ਼ਾਰਟ ਹੈਂਡ ਦੇ ਵਿੱਚ ਫਸਟ ਚੈਪਟਰ ਦੇ ਵਿੱਚ ਅਸੀਂ P2 ਹੈ ਕੌਨਸੋਨੈਂਟ ਕੀਤੇ, ਜਿਸ ਤਰ੍ਹਾਂ ਕਿ ਅਸੀਂ ABC ਸਟਾਰਟ ਕਰਦੇ ਹਾਂ, ਅਸੀਂ ਕੀਤੇ। आफ्टर सैकेंड चैप्टर, आफ्टर थर्ड चैप्टर सैकेंड ਵਿੱਚ ਅਸੀਂ ਵੋਵਲ ਕੀਤੇ, ਠੀਕ ਹੈ, ਡਿਪਥੌਂਗਸ ਕੀਤੇ। ਲੇਕਿਨ ਉਸ ਤੋਂ ਬਾਅਦ ਥਰਡ ਚੈਪਟਰ ਔਨਵਰਡਸ ਅਸੀਂ ਕੀ ਸਟਾਰਟ ਕੀਤਾ ਕਿ ਸ਼ਾਰਟ ਹੈਂਡ ਨੂੰ ਅਸੀਂ ਸ਼ਾਰਟ ਕਰੀਏ। ਜਿੰਨੀ ਸ਼ਾਰਟ ਕਰਾਂਗੇ ਉਨੀ ਅਸੀਂ ਜਿਹੜੀ ਹੈ ਸਪੀਡ ਸਾਡੀ ਇਨਕਰੀਜ਼ ਹੋਏਗੀ। ਸਿਰਫ ਜਿਹੜਾ ਫਸਟ ਚੈਪਟਰ ਹੈ ਉਹ ਸਾਡਾ P2 ਹੈ, ਇੱਕ ਤਰ੍ਹਾਂ ABC ਹੈ। ਉਸ ਤੋਂ ਬਾਅਦ ਸਾਡੇ ਵੋਵਲਸ ਹੈ ਐਂਡ ਡਿਪਥੌਂਗਸ ਹੈ, ਉਹ ਸਾਡੇ ਬੈਕਬੋਨ ਹੈ ਸ਼ਾਰਟ हैंड दी। ठीक है, मेन रूट है। लेकिन उस तो बाद जिन्ने भी चैप्टर्स आएंगे उन्हां दे विच असीं की करांगे, हर स्ट्रोक्स नूं, हर कॉन्सोनेंट्स नूं असीं शॉर्ट करते जाओगे। जिन्ना शॉर्ट करांगे उन्ना ही साडी रैपिडली स्पीड जिहड़ी है इनक्रीज होएगी। मेन साडा मोटिव ही यही है
ਕਿ ਅਸੀਂ ਸਪੀਡ ਨੂੰ ਇਨਕਰੀਜ਼ ਕਰੀਏ। ਸੋ ਹੁਣ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਵਟ ਆਰ ਦਾ ਇਨੀਸ਼ੀਅਲ ਸਮਾਲ ਹੁਕਸ। ਅਸੀਂ ਆਲਰੇਡੀ ਫਸਟ ਚੈਪਟਰ ਦੇ ਵਿੱਚ ਦੋ ਸਟ੍ਰੋਕਸ ਕੀਤੇ ਸੀ ਵੇ ਐਂਡ ਜੇ, ਜਿਨ੍ਹਾਂ ਨੂੰ ਅਸੀਂ ਆਲਰੇਡੀ ਇਨੀਸ਼ੀਅਲੀ ਹੁਕਸ ਲਗਾਈਆਂ ਸੀ ਔਰ ਆਪਾਂ ਉਹਨਾਂ ਨੂੰ ਰੀਡ ਕੀਤਾ ਸੀ ਵੇ ਐਂਡ ਜੇ। ਹੁਣ ਅਸੀਂ ਇਹਦੇ ਵਿੱਚ ਅਸੀਂ ਦੋ ਹੁਕਸ ਲਗਾਉਣ ਜਾ ਰਹੇ ਹਾਂ, one for R and another for L. So initial small hooks are also known as double consonant. Double consonant means ਕਿ ਸਾਨੂੰ ਇੱਕ ਸਟ੍ਰੋਕ ਦੇ ਨਾਲ ਜਦ ਅਸੀਂ ਹੁੱਕ ਹੋਰ ਲਗਾ ਦਾਂਗੇ ਛੋਟੀ ਜੀ, ਤਾਂ ਉਹ ਇੱਕ ਸਟ੍ਰੋਕ ਜਿਹੜਾ ਹੈ ਉਹ ਦੋ ਕੌਨਸੋਨੈਂਟ ਦੀ ਯਾਨੀ ਡਬਲ ਕੌਨਸੋਨੈਂਟਸ ਦੀ ਸਾਊਂਡ ਦੇਗਾ। When the sound of R and L blends with any consonant, किसी भी कॉन्सोनेंट ਨਾਲ जब ਅਸੀਂ R ਦੀ ਹੁੱਕ ਜਾਂ L ਦੀ ਹੁੱਕ लगाओगे, it makes it double consonant। तो डबल कॉन्सोनेंट्स की डबल स्ट्रोक की साउंड प्रोवाइड करेगा। The sounds of R and L are represented by attaching an initial hook to a stroke, as in the words pray, blow, drink, glare, fry, fly, etc. It means कि ਅਸੀਂ किसी भी stroke जो joint है P ਦੇ ਨਾਲ R ਦੀ ਸਾਊਂਡ ਆ ਰਹੀ ਹੈ pray, blow ਦੇ ਨਾਲ L, drink D ਦੇ ਨਾਲ R, glare G ਨਾਲ L, fry F ਦੇ ਨਾਲ R, fly F ਦੇ ਨਾਲ L। यानी सारे जिन्नी एग्जाम्पल सानू शो हो रही हैं pray, blow, drink, glare, fry, fly, सारे जॉइंट जॉइंट दिख रहे हैं P नाल R, B नाल L, D नाल R, G नाल L, F नाल R, fly। These liquids साडे किहड़े हैं R and L strokes sometimes are separated from a preceding consonant by a light and unclear vowel only, as in paper, marker, table, etc। यानी कि ਅਸੀਂ R और L ਦੀ ਹੁੱਕ ਪ੍ਰੋਵਾਈਡ ਕਰਨੀ ਹੈ ਕਿਸੇ ਵੀ ਸਟ੍ਰੋਕ ਤੋਂ ਬਾਅਦ ਲੱਗੇਗੀ ਪਹਿਲਾਂ, ਬਟ ਆਪਾਂ ਪ੍ਰੋਵਾਈਡ ਕਰਨੀ ਹੈ, ਅਸੀਂ ਉਸਨੂੰ ਬੋਲਣਾ ਬਾਅਦ ਚੋਂ ਹੈ, ਲਗਾਣੀ ਪਹਿਲਾਂ ਹੈ। ਲੇਕਿਨ ਹੁਣ ਪੇਪਰ ਦੇ ਵਿੱਚ PAPER ਪਰ ਦੇ ਵਿੱਚ ਹਲਕਾ ਜਿਹਾ ਅਨਕਲੀਅਰ ਵਾਵਲ ਸੁਣਾਈ ਦੇ ਰਿਹਾ, ਮੇਕਰ ਚ ਵੀ ਸੁਣਾਈ ਦੇ ਰਿਹਾ। ਯਾਨੀ ਉੱਪਰ ਅਸੀਂ ਐਗਜ਼ਾਮਪਲ ਕੀਤੀ ਸੀ ਪ੍ਰੇ, ਬਲੋ, ਡਰਿੰਕ, ਔਰ ਇਹਦੇ ਚ ਅਸੀਂ ਐਗਜ਼ਾਮਪਲ ਕਰ ਰਹੇ ਹਾਂ ਪੇਪਰ, ਮੇਕਰ, ਯਾਨੀ ਇੱਕ ਅਨਕਲੀਅਰ ਵਾਵਲ ਦੀ ਸਾਊਂਡ ਆ ਰਹੀ ਹੈ। ਲੇਕਿਨ ਅਸੀਂ ਇੱਥੇ ਵੀ ਅਸੀਂ R ਦੀ ਹੁੱਕ ਦਾ ਜਾਂ L ਦੀ ਹੁੱਕ ਦਾ ਯੂਜ਼ ਕਰਾਂਗੇ। ਮੇਜਰ ਇਹਦੇ ਵਿੱਚ ਕੀ ਹੈ, the hook is always written in the beginning of the stroke but is read at the end। यानी कि ਅਸੀਂ ਜਿਹੜੀ ਹੁੱਕ ਹੈ ਹਮੇਸ਼ਾ ਹੀ ਸਟ੍ਰੋਕ ਤੋਂ ਪਹਿਲਾਂ ਲਗਾਣੀ ਹੈ, ਬਟ ਹਮੇਸ਼ਾ ਜਿਹੜੀ ਆਪਾਂ ਰੀਡ ਕਰਨੀ ਹੈ ਉਹ ਸਟ੍ਰੋਕ ਦੇ ਐਂਡ ਵਿੱਚ ਕਰਨੀ ਹੈ। ਅਗਰ ਅਸੀਂ P ਹੈ ਤਾਂ ਅਸੀਂ P ਨੂੰ ਹੁੱਕ ਪਹਿਲਾਂ ਲਗਾਵਾਂਗੇ ਲੇਕਿਨ ਰੀਡ ਕਰਾਂਗੇ ਆਫਟਰ ਦਾ ਸਟ੍ਰੋਕ ਆਫ P। ਸੋ ਫਸਟ ਸਾਡੀ ਸਲਾਈਡ ਸੀ ਵਟ ਆਰ ਦਾ ਇਨੀਸ਼ੀਅਲ ਸਮਾਲ ਹੁਕਸ। ਇਨੀਸ਼ੀਅਲ ਸਮਾਲ ਹੁਕ ਸਾਡੀਆਂ ਹੈ R ਦੀ ਔਰ L ਦੀ। R ਦੀ ਹੁੱਕ ਔਰ L ਦੀ ਹੁੱਕ ਦੋ ਹੁੱਕਸ ਹੈ ਜਿਹੜੀਆਂ ਵੀ ਅਸੀਂ ਕਿਸੇ ਸਟ੍ਰੋਕ ਨਾਲ ਸਟਾਰਟਿੰਗ ਦੇ ਵਿੱਚ ਯਾਨੀ ਬਿਗਨਿੰਗ ਦੇ ਵਿੱਚ ਇਨੀਸ਼ੀਅਲੀ ਜੁਆਇਨ ਕਰਾਂਗੇ, ਬਟ ਅਸੀਂ ਇਹਨੂੰ ਰੀਡ ਕਰਾਂਗੇ ਆਫਟਰ ਦਾ ਸਟ੍ਰੋਕ। नेक्स्ट वन है ऑब्जेक्टिव ऑफ द इनिशियल स्मॉल हुक्स, यानी कि इनिशियल स्मॉल हुक्स के ऑब्जेक्टिव्स की है। द कॉन्सोनेंट्स ऑफ R and L are frequently occurring sounds in the English language and are represented by the strokes R and L। यानी कि R और L ये दो वर्ड्स ऐसे हैं जो कि इंग्लिश लैंग्वेज ਦੇ ਵਿੱਚ ਫ੍ਰੀਕੁਐਂਟਲੀ ਯੂਜ਼ ਹੁੰਦੇ ਆ। ਅਗਰ ਅਸੀਂ ਇੱਕ ਸੈਂਟੈਂਸ ਇੰਗਲਿਸ਼ ਦਾ ਲਿਖੀਏ ਤਾਂ ਉਹਦੇ ਚ ਐਟਲੀਸਟ 3-4 ਵਰਡਸ ਦੇ ਵਿੱਚ R ਜਾਂ L ਦੀ ਸਾਊਂਡ ਆਏਗੀ ਹੀ ਆਏਗੀ। ਸੋ ਇਹ ਬਹੁਤ ਕਾਮਨ ਵਰਡ ਹੈ ਜਿਹਦੇ ਵਿੱਚ ਸਾਨੂੰ R ਔਰ L ਦੀ ਸਾਊਂਡ ਵਰਡ ਤੋਂ ਬਾਅਦ ਆਏਗੀ ਹੀ ਆਏਗੀ। These two sounds can also be represented by initial hooks in Pitman shorthand। ਪਿਟਮੈਨ ਸ਼ਾਰਟਹੈਂਡ ਜਿਹੜੀ ਕਿ ਸ਼ਾਰਟਹੈਂਡ ਦੀ ਬੁੱਕ ਹੈ ਆਪਣੀ ਪਿਟਮੈਨ ਦੀ, ਪੂਰੇ ਵਰਲਡ ਵਾਈਡ ਬੁੱਕ ਸਾਡੀ ਸੇਮ ਹੈ। ਇਹਦੇ ਵਿੱਚ ਇਨੀਸ਼ੀਅਲ ਹੁਕਸ ਨਾਲ ਅਸੀਂ R ਔਰ L ਨੂੰ ਰਿਪਰੈਜ਼ੈਂਟ ਕਰਾਂਗੇ। These hooks facilitate writing of shorthand outlines rapidly and also increase speed।
ਮੇਨ ਮੋਟਿਵ ਕੀ ਹੈ ਸਾਡਾ, ਆਰ ਦੀ ਹੁੱਕ ਲਗਾਉਣ ਦਾ ਜਾਂ ਐਲ ਦੀ ਹੁੱਕ ਲਗਾਉਣ ਦਾ, ਅਸੀਂ ਸ਼ਾਰਟਹੈਂਡ ਦੀ ਸਪੀਡ ਜਿਹੜੀ ਹੈ ਉਹ ਇਨਕਰੀਜ਼ ਕਰ ਸਕਦੇ ਹਾਂ। ਅਸੀਂ ਸ਼ਾਰਟਹੈਂਡ ਦੀ ਸਪੀਡ ਇਨਕਰੀਜ਼ ਹੀ ਤਾਂ ਹੀ ਹਰ ਚੈਪਟਰ ਦੇ ਵਿੱਚ ਸ਼ਾਰਟਹੈਂਡ ਜਿਹੜੀ ਹੈ ਇੱਕ ਚੈਪਟਰ ਤੋਂ ਅਗਲੇ, ਅਗਲੇ ਤੋਂ ਪਿਛਲੇ ਹਰ ਚੈਪਟਰ ਦੇ ਵਿੱਚ ਕੁਛ ਨਾ ਕੁਛ ਸ਼ਾਰਟ ਹੁੰਦੀ ਜਾਏਗੀ। ਜਿੱਦਾਂ ਅਸੀਂ ਲਾਸਟ ਚੈਪਟਰ ਦੇ ਵਿੱਚ ਕੀਤਾ ਸੀਗਾ ਸਮਾਲ ਸਰਕਲ, ਲਾਰਜ ਸਰਕਲ, ਸਟਰਦੀ ਲੂਪ। ਹੁਣ ਉਹਦੇ ਵਿੱਚ ਕੀ ਸੀਗਾ, ਅਸੀਂ ਸਰਕਲ ਕੀਤਾ, ਐਸ ਦਾ ਸਰਕਲ ਕੀਤਾ ਸੀ, ਐਸ ਦੇ ਸਰਕਲ ਚ ਅਸੀਂ ਕੀ ਕੀਤਾ ਸੀ, ਫੁੱਲ ਸਟਾਪ ਨਹੀਂ ਪਾਇਆ ਸੀ, ਅਸੀਂ ਉਹਦੀ ਜਗ੍ਹਾ ਐਸ ਦਾ ਸਰਕਲ ਯੂਜ਼ ਕੀਤਾ। ਲੇਕਿਨ ਐਸ ਦੇ ਸਰਕਲ ਨੂੰ ਅਸੀਂ ਸ਼ੁਰੂ ਵਿੱਚ ਵੀ ਲਗਾਇਆ, ਮਿਡ ਵਿੱਚ ਵੀ ਲਗਾਇਆ ਔਰ ਐਂਡ ਵਿੱਚ ਵੀ ਲਗਾਇਆ। ਬਟ ਇਨੀਸ਼ੀਅਲ ਸਮਾਲ ਹੁਕਸ ਜਿਹੜੀ ਹੈ ਉਹ ਆਰ ਔਰ ਐਲ ਦੀ ਅਸੀਂ ਮਿਡ ਔਰ ਐਂਡ ਚ ਨਹੀਂ ਯੂਜ਼ ਕਰਾਂਗੇ, ਹਮੇਸ਼ਾ ਹੀ ਯੂਜ਼ ਕਰਾਂਗੇ ਐਟ ਦ ਬਿਗਨਿੰਗ। ਸੋ ਅਗਲਾ ਆਪਣੀ ਸਲਾਈਡਸ ਹੈ ਹੁਕਸ ਆਰ ਐਂਡ ਐਲ। ਹੁਣ ਅਸੀਂ ਅਵੇਅਰ ਕਰ ਚੁੱਕੇ ਹਾਂ ਕਿ ਪਹਿਲੇ ਅਸੀਂ ਇੱਕ ਆਰ ਸਟਾਰਟ ਕੀਤਾ ਅਪਵਰਡ ਦੀ ਸ਼ੇਪ ਦੇ ਵਿੱਚ, ਉਹ ਸੀਗਾ ਰੇ, ਠੀਕ ਹੈ। ਫਿਰ ਅਸੀਂ ਕੀਤਾ ਸੀ ਫਸਟ ਚੈਪਟਰ ਦੇ ਵਿੱਚ ਹੀ ਅਰ, ਦੋ ਰੇ ਕੀਤੇ ਸੀ ਅਰ ਐਂਡ ਰੇ, ਔਰ ਐਲ ਅਸੀਂ ਅਪਵਰਡ ਵੀ ਲਗਾਇਆ ਸੀ ਔਰ ਡਾਊਨਵਰਡ ਵੀ ਲਗਾਇਆ ਸੀ। ਬਟ ਅਸੀਂ ਅੱਜ ਇੱਥੇ ਤੀਸਰੇ ਚੈਪਟਰ ਦੇ ਵਿੱਚ ਅਸੀਂ ਤਿੰਨ ਟਾਈਪ ਦੇ ਆਰ ਲਗਾ ਰਹੇ ਹਾਂ, ਤਿੰਨ ਟਾਈਪ ਦੇ ਹੀ ਐਲ ਲਗਾ ਰਹੇ ਹਾਂ। Sounds of R and L are very frequently pronounced with the preceding consonant, the sounds running together with no vowel between। यानी कि ਅਸੀਂ R और L ਦੀ ਹੁੱਕ ਲਗਾਵਾਂਗੇ, ਠੀਕ ਹੈ, ਸਟ੍ਰੋਕ ਤੋਂ ਬਾਅਦ, ਬਟ ਉਸ ਸਟ੍ਰੋਕ ਦੇ ਵਿੱਚ ਵੋਵਲ ਨਹੀਂ ਆਣਾ ਚਾਹੀਦਾ। ਜਿਸ ਤਰ੍ਹਾਂ ਹੁਣ ਮੈਂ ਪਹਿਲੀ ਐਗਜ਼ਾਮਪਲ ਦਿੱਤੀ ਸੀ ਪ੍ਰੇ, ਪਲੇ, ਜਿਹਦੇ ਵਿੱਚ ਕੀ ਵੋਵਲ ਨਹੀਂ ਸੀਗਾ। To reflect the joining of the two sounds in a double consonant, the combination is shown as a hooked stroke। यानी कि जब ਅਸੀਂ stroke ਦੇ ਨਾਲ hook ਲਗਾਵਾਂਗੇ ਤਾਂ ਉਹ work ਕਰੇਗਾ double consonant ਦਾ, यानी कि initial hook single नहीं आएगी, वो किसी stroke ਦੇ ਨਾਲ ही हमेशा लगेगी। ठीक है, ਹੁਣ ਅਸੀਂ examples ਦੇਖਾਂਗੇ। Are hooked to straight strokes। ਪਹਿਲਾਂ ਤਾਂ ਸਾਡੇ ਸਟ੍ਰੇਟ ਸਟ੍ਰੋਕਸ ਹੈ ਕਿਹੜੇ, ਪੀਬੀ, ਟੀਡੀ, ਜੇਜੇ, ਕੇ, ਗੇ। ਇਹ ਸਾਡੇ ਐਕਸਪਲੋਡੈਂਟ ਸਟ੍ਰੋਕਸ ਹੈ, ਸਟ੍ਰੇਟ ਸਟ੍ਰੋਕਸ ਹੈ। ਇਹਨਾਂ ਨੂੰ ਅਸੀਂ ਇਨੀਸ਼ੀਅਲ ਹੁੱਕ ਲਗਾਣੀ ਹੈ। ਸੋ ਇਹ ਸਮਾਲ ਇਨੀਸ਼ੀਅਲ ਹੁੱਕ ਰਿਟਨ ਵਿਦ ਦ ਰਾਈਟ ਮੋਸ਼ਨ, यानी कि clockwise adds R to straight strokes। thus यानी कि इनिशियल जो स्मॉल हुक, सब तो मेन चीज है स्मॉल लगा रहे हैं, स्मॉल मीन स्मॉल, ठीक है, छोटी जी हुक लगा रहे हैं, लेकिन डायरेक्शन केड़ी है, आर हुक की डायरेक्शन है राइट मोशन, यानी राइट साइड, यानी क्लॉकवाइज। अगर असी किसी भी स्ट्रोक नू, जो कि साडे स्ट्रेट स्ट्रोक्स हैं पीबी, टीडी, जेजे, केगे, आर नू, अगर असी एक स्मॉल हुक लगा रहे हैं तो वो साउंड देगी एड्स आर, ठीक है, आर दी साउंड देगी किसी भी स्ट्रोक नाल अगर असी इनिशियल लगाओगे। लेकिन हमेशा याद ये रखना कि असी जब भी हुक लगानी है आर दी जेडी डायरेक्शन है हमेशा राइट मोशन होएगी, ठीक है, क्लॉकवाइज लगावांगे, ठीक है। क्लॉक सानू पता है किस तरह चलती है, ठीक है। फर्स्ट एग्जांपल है पी आर, यानी पर। पी नू असी हुक लगा रहे हैं, ਅਸੀਂ ਪਹਿਲਾਂ ਵੇ ਔਰ ਜੇ ਨੂੰ ਲਗਾਈ ਹੋਈ ਹੈ ਫਸਟ ਚੈਪਟਰ ਤੋਂ, ਅਸੀਂ ਹੁਕਸ ਤੋਂ ਅਵੇਅਰ ਆ ਕਿ ਸਾਨੂੰ ਪਤਾ ਹੁਕ ਕੀ ਚੀਜ਼ ਹੁੰਦੀ ਹੈ। ਹੁਕ ਸਾਡੇ ਲਈ ਕੋਈ ਨਿਊ ਵਰਡ ਨਹੀਂ ਹੈ, ਅਸੀਂ ਫਸਟ ਚੈਪਟਰ ਦੇ ਵਿੱਚ ਹੀ ਕੀਤਾ ਹੋਇਆ। ਸੋ ਹੁਣ ਇੱਕ ਸਾਨੂੰ ਸਮਾਲ ਜੀ ਹੁਕ ਦੇ ਰਹੀ ਹੈ ਜੋ ਕਿ ਬਹੁਤ ਜ਼ਿਆਦਾ, ਜਿਹਦਾ ਕਹਿ ਲਓ ਵੀ ਮਾਊਥ ਓਪਨ ਨਹੀਂ ਹੈ, ਜਸਟ ਸਟ੍ਰੋਕ ਦੇ ਨਾਲ ਹੀ ਅਟੈਚ ਹੈ, ਜਿਹਨੂੰ ਅਸੀਂ ਪ੍ਰੋਪਰ ਹੁਕ ਕਹਿੰਦੇ ਆ। ਉਹ ਛੋਟੀ ਜਿਹੀ ਹੁਕ ਲੱਗ ਰਹੀ ਹੈ, ਪੀ ਨੂੰ ਆਰ, ਡੀ ਨੂੰ ਆਰ, ਟੀ ਆਰ, ਡੀ ਆਰ, ਚਰ, ਜਰ, ਕਰ एंड घर। सारे ही वर्ड तुसी देखो जॉइन है, पर, बर, टर, डर, चर, जर, कर, गर, किसी दे विच इन बिटवीन वॉवल दी साउंड नहीं है। फर्स्ट असी किता सीगा भी हल्का जा कोई अनक्लीयर वॉवल है तो असी उत्थे लगा सकते हैं। हुण असी ये हुक लगाई लेकिन इत्थे कोई वर्ड नहीं बनया क्योंकि असी इत्थे वॉवल पुट नहीं किया। हुण असी वॉवल लगा के वर्ड बनाने की कोशिश करांगे। पहला वर्ड असी बनाया होया प्रे, यानी प्रे नू असी लगाया है ए दा वॉवल। ए दे वॉवल दा रूल है ऑन द लाइन, सेकंड प्लेस, एंड डार्क डॉट।
ਸੋ ਅਸੀਂ ਪੋਜੀਸ਼ਨ ਨਹੀਂ ਚੇਂਜ ਕਰਾਂਗੇ, ਅਸੀਂ ਸਾਨੂੰ A ਦੇ ਵੋਵਲ ਦੀ ਸਾਊਂਡ ਆਈ ਹੈ, ਅਸੀਂ ਔਨ ਦਾ ਲਾਈਨ ਚੱਕਤਾ, ਔਨ ਦਾ ਲਾਈਨ ਆਪਾਂ P ਨੂੰ R ਦੀ ਹੁੱਕ ਲਗਾਈ ਤੇ ਅਸੀਂ ਉਸਨੂੰ ਰੀਡ ਕਰਾਂਗੇ ਪ੍ਰੇ। ਬਿਫੋਰ ਦਿਸ ਚੈਪਟਰ ਅਗਰ ਅਸੀਂ ਪ੍ਰੇ ਲਿਖਣਾ ਸੀ ਤਾਂ ਅਸੀਂ ਲਿਖਣਾ ਸੀ P ਔਰ ਉਹਦੇ ਨਾਲ ਆਪਾਂ ਲਿਖਣਾ ਸੀ ਪੂਰਾ ਅਪਵਰਡ R, ਲੇਕਿਨ ਹੁਣ ਅਸੀਂ ਅਪਵਰਡ R ਨੂੰ ਅਸੀਂ ਖਤਮ ਕਰ ਰਹੇ ਹਾਂ ਤੇ ਹੁਣ ਅਸੀਂ ਯੂਜ਼ ਕਰਾਂਗੇ ਹੁੱਕ। ਠੀਕ ਹੈ, ਅਗਲਾ ਵਰਡ ਹੈ ਬ੍ਰੇਕ। ਬ੍ਰੇਕ ਦੇ ਵਿੱਚ ਵੀ A ਦੀ ਸਾਊਂਡ ਹੈ, A ਦੀ ਸਾਊਂਡ ਦੇ ਵਿੱਚ ਫਿਰ ਅਗੇਨ ਸਾਡਾ ਸੈਕਿੰਡ ਪਲੇਸ ਆਏਗਾ, ਡਾਰਕ ਡਾਟ ਆਏਗਾ, ਔਨ ਦਾ ਲਾਈਨ ਆਏਗਾ, ਲੇਕਿਨ ਆਪਾਂ BRAK ਬ੍ਰੇਕ। ਹੁਣ ਇਹਦੇ ਚ ਮੇਨ ਚੀਜ਼ ਜਿਹੜੀ ਆਪਾਂ ਫੋਲੋ ਕਰ ਰਹੇ ਹਾਂ ਉਹ ਬਹੁਤ ਡਿਫਰੈਂਟ ਚੀਜ਼ ਹੈ ਕਿ ਹੁੱਕ ਅਸੀਂ ਹਮੇਸ਼ਾ ਪਹਿਲਾਂ ਲਗਾ ਰਹੇ ਹਾਂ ਲੇਕਿਨ ਰੀਡ ਹਮੇਸ਼ਾ ਅਸੀਂ ਆਫਟਰ ਦਾ ਸਟ੍ਰੋਕ ਕਰ ਰਹੇ ਹਾਂ। ਮੇਨ ਚੀਜ਼ ਇਹਦੇ ਚ ਇਹ ਹੈ। ਇਨੀਸ਼ੀਅਲ ਹੁੱਕ ਦੇ ਵਿੱਚ ਡਿਫਰੈਂਟ ਚੀਜ਼ ਇਹ ਹੈ, ਸਰਕਲ ਐਸ ਦੇ ਵਿੱਚ ਅਸੀਂ ਪਿਛਲੇ ਚੈਪਟਰ 'ਚ ਇਹ ਚੀਜ਼ ਫੋਲੋ ਕੀਤੀ ਸੀ ਕਿ ਜਿੱਥੇ ਲਗਾਵਾਂਗੇ ਅਸੀਂ ਉੱਥੇ ਹੀ ਫੋਲੋ ਕਰਦੇ ਸੀ। ਅਗਰ ਉੱਪਰ ਲਗਾਇਆ ਫਸਟ ਪਲੇਸ ਤੇ ਤਾਂ ਸਪੇ ਹੈ, ਅਗਰ ਅਸੀਂ ਉਸਨੂੰ ਮਿਡ 'ਚ ਲਗਾਇਆ ਪੇਸ ਹੈ, ਔਰ ਅਗਰ ਅਸੀਂ ਨੂੰ ਐਂਡ 'ਚ ਲਗਾਇਆ ਤਾਂ ਅਸੀਂ ਐਂਡ 'ਚ ਰੀਡ ਕਰਦੇ ਸੀ। ਲੇਕਿਨ ਇੱਥੇ ਅਸੀਂ ਹੁੱਕ ਹਮੇਸ਼ਾ ਲਗਾਣੀ ਪਹਿਲੇ ਹੈ ਸਟ੍ਰੋਕ ਦੇ ਸਟਾਰਟਿੰਗ, ਬਟ ਜਿਹੜੀ ਰੀਡ ਕਰਨੀ ਹੈ ਉਹ ਹਮੇਸ਼ਾ ਆਫਟਰ ਦਾ ਸਟ੍ਰੋਕ ਹੈ। ਥਰਡ ਵਨ ਆਪਣੀ ਐਗਜ਼ਾਮਪਲ ਦਿਖ ਰਹੀ ਹੈ ਟ੍ਰਿਮ। ਟ੍ਰਿਮ ਦੇ ਵਿੱਚ ਈ ਦਾ ਵੋਵਲ ਹੈ, ਈ ਦਾ ਵੋਵਲ ਜਿਹੜਾ ਹੈ ਉਹ ਜਾਂਦਾ ਹੈ ਸਾਡਾ ਥਰੂ ਦਾ ਲਾਈਨ। ਠੀਕ ਹੈ, ਆਪਾਂ ਉਸਨੂੰ ਥਰਡ ਪਲੇਸ ਲਵਾਂਗੇ, ਆਪਾਂ ਟੀ ਨੂੰ ਆਰ ਦੀ ਹੁੱਕ ਲਗਾਈ, ਐਮ ਲਗਾਇਆ। ਹੁਣ ਇਹਦੇ ਚ ਇੱਕ ਡਿਫਰੈਂਟ ਚੀਜ਼ ਹੈ ਜਿਹੜੀ ਆਲਰੇਡੀ ਫੋਲੋ ਕਰ ਚੁੱਕੇ ਹਾਂ ਇੰਟਰਵਿਨਿੰਗ ਦੇ ਵਿੱਚ ਕਿ ਅਸੀਂ ਈ ਦਾ ਵੋਵਲ ਟੀ ਆਰ ਨੂੰ ਦੀ ਜਗ੍ਹਾ ਅਸੀਂ ਲਗਾ ਰਹੇ ਹਾਂ ਐਮ, ਐਮ ਦੇ ਬਿਫੋਰ। ਇਹ ਅਸੀਂ ਆਲਰੇਡੀ ਫੋਲੋ ਕਰ ਚੁੱਕੇ ਹਾਂ, ਇਹ ਇੱਕ ਰੈਪੀਟੇਸ਼ਨ ਹੈ ਕਿ ਅਸੀਂ ਹਮੇਸ਼ਾ ਅਗਰ ਈ ਔਰ ਊ ਦਾ ਵੋਵਲ 1+1 ਯਾਨੀ 2 ਸਟ੍ਰੋਕਸ ਨੂੰ ਲੱਗਦਾ ਹੈ ਤਾਂ ਹਮੇਸ਼ਾ ਅਸੀਂ ਅਗਲੇ ਸਟ੍ਰੋਕ ਨੂੰ ਵੋਵਲ ਲਗਾਉਂਦੇ ਹਾਂ, ਲੇਕਿਨ ਹਮੇਸ਼ਾ ਉਸ ਦੇ ਬਿਫੋਰ। ਸੋ ਵੋਵਲ ਇੱਥੇ ਜਿਹੜਾ ਹੈ ਉਹ ਟ੍ਰਿਮ ਵਾਲਾ ਈ ਦਾ ਵੋਵਲ ਐਮ ਦੇ ਬਿਫੋਰ ਲੱਗਿਆ। ਨੈਕਸਟ ਆਪਣੀ ਐਗਜ਼ਾਮਪਲ ਆ ਰਹੀ ਹੈ ਡ੍ਰੌਪ। ਡ੍ਰੌਪ ਦੇ ਵਿੱਚ ਔ ਦਾ ਵੋਵਲ ਹੈ, ਔ ਦਾ ਵੋਵਲ ਰੂਲ ਸਾਡਾ ਜਾਂਦਾ ਅਬਵ ਦਾ ਲਾਈਨ ਫਸਟ ਪਲੇਸ ਐਂਡ ਡੈਸ਼। ਸੋ ਅਸੀਂ ਇਹਨੂੰ ਫਸਟ ਪਲੇਸ ਲਗਾਇਆ, ਅਸੀਂ ਕਿਸੇ ਵੀ ਪਲੇਸ ਨੂੰ ਛੋੜ ਨਹੀਂ ਰਹੇ, ਪਲੇਸ ਉਹੀ ਰਹੇਗਾ ਜੋ ਸਾਡਾ ਆਲਰੇਡੀ ਫਿਕਸ ਸੀ। ਠੀਕ ਹੈ, ਸੋ ਇਹ ਸਾਰੀ ਐਗਜ਼ਾਮਪਲਸ ਹੈ। ਹੁਣ ਅੱਗੇ ਟੀਚਰ ਹੈ, ਲੈਜਰ ਹੈ, ਕਰੀਮ ਹੈ, ਗ੍ਰਿਮ ਹੈ, ਇਹ ਸਾਰੀ ਜਿਹੜੀ ਈ ਦੀ ਹੈ, ਅਗਲੀ ਏ ਦੀ ਹੈ, ਈ ਦਾ ਹੈ। ਲਾਸਟ ਵਾਲੇ ਜਿਹੜੇ ਦੋ ਵਰਡ ਹੈ ਕਰੀਮ ਔਰ ਗ੍ਰਿਮ, ਇਹ ਫਿਰ ਇੰਟਰਵਿੰਗ ਫੋਲੋ ਕਰ ਰਹੇ हैं ਈ ਦਾ ਵੋਵਲ ਅਗਲੇ ਵੋਵਲ ਨੂੰ ਸੈਕਿੰਡ ਪਲੇਸ ਤੇ ਚਲਾ ਗਿਆ। ਉਸ ਤੋਂ ਬਾਅਦ ਅਗਲੀ ਥਰਡ ਲਾਈਨ ਦੀ ਐਗਜ਼ਾਮਪਲ ਥੋੜੀ ਡਿਫਰੈਂਟ ਹੈ। ਵਰਡ ਆ ਰਿਹਾ ਹੈ ਟੇਪਰ, ਰਬੜ, ਸਪਾਈਡਰ, ਵਾਊਚਰ, ਡਰੈਜਰ, ਮੇਕਰ, ਟਾਈਗਰ। ਹੁਣ ਇਹਦੇ ਵਿੱਚ ਦੇਖੋ ਥੋੜੀ ਜਿਹੀ ਤੁਹਾਨੂੰ ਡਿਫਰੈਂਟ ਚੀਜ਼ ਇਹ ਲੱਗ ਰਹੀ ਹੈ ਕਿ ਉੱਪਰ ਤਾਂ ਸਾਨੂੰ ਇੱਕਦਮ ਲੱਗ ਰਿਹਾ ਸੀ ਵੀ ਅਸੀਂ ਇਨੀਸ਼ੀਅਲ ਹੁੱਕ ਕੀਤੀ ਹੈ, ਇਨੀਸ਼ੀਅਲ ਹੁੱਕ ਦੇ ਵਿੱਚ ਲੱਗ ਰਹੀ ਹੈ ਪੀ ਨੂੰ ਸਟਾਰਟਿੰਗ ਚ ਲੱਗ ਗਈ, ਬੀ ਨੂੰ ਸਟਾਰਟਿੰਗ ਚ ਲੱਗ ਗਈ, ਲੇਕਿਨ ਹੁਣ ਵਰਡ ਆ ਰਿਹਾ ਸਾਡਾ ਟੇਪਰ ਜਾਂ ਰਬੜ। ਹੁੱਕ ਜਿਹੜੀ ਆ ਤੁਸੀਂ ਤਾਂ ਕਿਹਾ ਸੀ ਇਨੀਸ਼ੀਅਲ ਚ ਜਾਏਗੀ, ਲੇਕਿਨ ਨਹੀਂ ਹੋ ਰਹੀ, ਇਹ ਇਨੀਸ਼ੀਅਲ ਹੀ ਸ਼ੋ ਹੋ ਰਹੀ ਹੈ ਲੇਕਿਨ ਪੀ ਦੇ ਇਨੀਸ਼ੀਅਲ। ਇसी ਕਰਕੇ ਸਲਾਈਡ ਦੇ ਵਿੱਚ ਪਰ ਲੱਗੀ ਹੋਈ ਹੈ ਨਾ ਕਿ ਟੀ। ਟੀ ਲਗਾ ਕੇ, ਟੀ ਸਿੰਪਲ ਆਪਾਂ ਸਟ੍ਰੇਟ ਸਟ੍ਰੋਕ ਲਗਾ ਕੇ ਆਪਾਂ ਉਹਦੇ ਨਾਲ ਜੁਆਇਨ ਕੀਤਾ, ਅਸੀਂ ਉਹਦੇ ਨਾਲ ਜੁਆਇਨ ਕੀਤਾ ਹੈਗਾ ਪੀ ਨੂੰ ਆਰ ਦੀ ਹੁੱਕ ਤੇ ਪਰ ਰਬੜ, ਯਾਨੀ ਕਿ ਇਹ ਹੈ ਇਨੀਸ਼ੀਅਲੀ ਲੇਕਿਨ ਸਾਨੂੰ ਸਾਊਂਡ ਆਈ ਹੈ ਪੀ ਤੋਂ ਬਾਅਦ ਅਰ ਦੀ ਤੇ ਅਸੀਂ ਪਰ ਲਗਾ ਰਹੇ ਹਾਂ, ਬਰ ਲਗਾ ਰਹੇ ਹਾਂ, ਕਟਰ ਲਗਾ ਰਹੇ ਹਾਂ, ਡਰ ਲਗਾ ਰਹੇ ਹਾਂ, ਚਰ ਲਗਾ ਰਹੇ ਹਾਂ, ਲਾਸਟ ਵਿੱਚ ਹੈ ਲੇਕਿਨ ਇਹਨਾਂ ਪਹਿਲਾਂ ਤੋਂ ਅਗਰ ਕੋਈ ਸਟ੍ਰੋਕ ਐਡ ਆਨ ਹੋਇਆ ਉਹਦੇ ਨਾਲ ਸਾਡਾ ਕੋਈ ਇੰਟਰੈਕਸ਼ਨ ਨਹੀਂ। ਅਸੀਂ ਇਸ ਨੂੰ ਇਨੀਸ਼ੀਅਲ ਹੀ ਰੱਖਿਆ ਲੇਕਿਨ ਉਹ ਪੀ ਦੇ ਇਨੀਸ਼ੀਅਲ ਹੈ, ਰਬੜ ਵਿੱਚ ਉਹ ਬੀ ਦੇ ਇਨੀਸ਼ੀਅਲ ਹੈ, ਕਟਰ ਵਿੱਚ ਉਹ ਟੀ ਦੇ ਇਨੀਸ਼ੀਅਲ ਹੈ, ਯਾਨੀ ਟੀ ਦੇ ਸਟਾਰਟਿੰਗ ਚ ਹੈ। ਸੋ ਇਹ ਕਨਫਿਊਜ਼ ਨਹੀਂ ਨਾ, ਫਰਸਟ ਐਗਜ਼ਾਮਪਲ ਪ੍ਰੇ, ਸੈਕੰਡ ਐਗਜ਼ਾਮਪਲ ਟੇਪਰ, ਦੋਨਾਂ ਦੇ ਵਿੱਚ ਹੀ ਅਸੀਂ ਪੀ ਨੂੰ ਹੀ ਆਰ ਦੀ ਹੁੱਕ ਲਗਾਈ ਹੈ ਜਿੱਥੇ ਸਾਨੂੰ ਸਾਊਂਡ ਸੁਣਾਈ ਦੇ ਰਹੀ ਹੈ। ਠੀਕ ਹੈ, ਟੇਪਰ ਲੱਗੀ ਉਹ ਪੀ ਦੇ ਹੀ ਸ਼ੁਰੂ ਵਿੱਚ। ਸੋ ਇਹ ਥੋੜੀ ਜਿਹੀ ਧਿਆਨ ਰੱਖਣਾ ਹੈ ਕਿ ਅਸੀਂ ਜਿੱਥੇ ਸਾਨੂੰ ਕਿਸੇ ਵੀ ਸਟ੍ਰੋਕ ਤੋਂ ਬਾਅਦ ਅਗਰ ਅਰ ਦੀ ਸਾਊਂਡ ਹੈ, ਰ ਦੀ ਸਾਊਂਡ ਹੈ ਤਾਂ ਅਸੀਂ ਉਸਨੂੰ ਹੁੱਕ ਨੂੰ ਉਸ ਸਟ੍ਰੋਕ ਦੇ ਪਹਿਲਾਂ ਰਾਈਟ ਮੋਸ਼ਨ ਦੇ ਵਿੱਚ ਯਾਨੀ ਕਿ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਪੁੱਟ ਕਰਨਾ ਹੈ, ਰਿਪਰੈਜ਼ੈਂਟ ਕਰਨਾ ਹੈ। ਸੋ ਇਹ ਪੁਆਇੰਟ ਕਲੀਅਰ ਹੋ ਗਿਆ। ਆਰ ਹੁੱਕ ਟੂ ਸਟ੍ਰੇਟ स्ट्रोक्स यानी कि आर दी हुक
ਸਿੱਧੇ ਵਾਲੇ ਜਿਹੜੇ ਸਟ੍ਰੇਟ ਸਟ੍ਰੋਕਸ ਹੈ ਐਕਸਪਲੋਡੈਂਟਸ ਹੈ ਉਹਨਾਂ ਨੂੰ ਅਸੀਂ ਰਾਈਟ ਸਾਈਡ ਡਾਇਰੈਕਸ਼ਨ ਦੇ ਵਿੱਚ ਇੱਕ ਸਮਾਲ ਜੀ ਹੁੱਕ ਲਗਾਵਾਂਗੇ। ਠੀਕ ਹੈ। ਨੈਕਸਟ ਆਪਣਾ ਪੁਆਇੰਟ ਹੈ ਆਰ ਹੁੱਕ ਟੂ ਕਰਵਡ ਸਟ੍ਰੋਕਸ। ਕਰਵਡ ਸਟ੍ਰੋਕ ਸਾਡੇ ਹੈ ਜਿਹੜੇ ਕਿ ਬੈਂਡ ਹੋ ਜਾਂਦੇ हैं, ਮੁੜ ਜਾਂਦੇ हैं। इस small initial hook written inside the curve adds R to a curved stroke thus। यानी कि इनिशियल हुक स्ट्रेट स्ट्रोक ਨੂੰ ਤਾਂ ਆਪਾਂ ਰਾਈਟ ਸਾਈਡ ਲਗਾਤੀ, ਬਟ ਕਰਵ ਨੂੰ ਅਸੀਂ ਕਿਸ ਤਰ੍ਹਾਂ ਲਗਾਣੀ ਹੈ। ਹੁਣ ਕਰਵ ਦੀ ਸਾਡੇ ਕੋਲ ਕੋਈ ਵੀ ਡਾਇਰੈਕਸ਼ਨ ਰਾਈਟ ਔਰ ਲੈਫਟ ਤਾਂ ਨਹੀਂ ਹੋਏਗੀ, ਕਰਵ ਦੀ ਇੱਕੋ ਡਾਇਰੈਕਸ਼ਨ ਹੁੰਦੀ ਹੈ, ਦੈਟ ਇਜ਼ ਦਾ ਇਨਸਾਈਡ ਦਾ ਕਰਵ। यानी कर्व ਦੇ ਅੰਦਰ ਸਾਡੇ ਕੋਲ ਇੱਕੋ ਡਾਇਰੈਕਸ਼ਨ ਹੁੰਦੀ ਹੈ, ਕਰਵ ਦੇ ਅੰਦਰ ਅਸੀਂ ਹੁੱਕ ਕਿਸ ਤਰ੍ਹਾਂ ਪੁੱਟ ਕਰਨੀ ਹੈ। ਕਰਵ ਦੇ ਸਾਡੇ ਕੋਲ ਸਿਰਫ ਇਨਸਾਈਡ ਦਾ ਕਰਵ ਹੈ, ਤਾਂ ਅਸੀਂ ਇੱਕ ਸਮਾਲ ਜੀ ਹੁੱਕ ਜਿਹੜੀ ਹੈ ਉਹ ਅਸੀਂ ਕਰਵ ਦੇ ਅੰਦਰ ਲਗਾਈ ਹੈ ਤੇ ਉਹ ਸਾਨੂੰ ਸਾਊਂਡ ਦੇਗੀ ਆਰ ਦੀ। ਲੇਕਿਨ ਹਮੇਸ਼ਾ ਰੂਲ ਹੋਈ ਰਹੇਗਾ ਕਿ ਪਹਿਲਾਂ ਸਟ੍ਰੋਕ ਰੀਡ ਕਰਾਂਗੇ, ਆਫਟਰ ਦੈਟ ਅਸੀਂ ਆਰ ਦੀ ਹੁੱਕ ਰੀਡ ਕਰਾਂਗੇ। ਸੋ ਪਹਿਲਾਂ ਅਸੀਂ ਲਗਾਈ ਹੈ ਐਫ ਨੂੰ ਆਰ ਦੀ ਹੁੱਕ ਫਰ, ਫਿਰ ਲਗਾਈ ਹੈ ਵੀ ਨੂੰ ਆਰ ਦੀ ਹੁੱਕ ਫਰ, फिर असी लगाई है थ नू आर दी थर, फिर असी द नू आर दी हुक लगाई है दर, फिर असी श नू आर दी लगाई है शर, ज नू आर दी जर, एम नू आर दी मर, एन नू आर दी नर। यानी कि कर्व्स दे हमेशा कोई राइट डायरेक्शन नहीं है, कोई लेफ्ट डायरेक्शन नहीं है। अगर आर दी हुक सानू साउंड आंदी है स्ट्रोक तो बाद ਅਸੀਂ ਆਰ ਦੀ ਹੁੱਕ ਜਿਹੜੀ ਹੈ ਹੁਣ ਅਸੀਂ ਅਪਵਰਡ ਜਾਂ ਡਾਊਨਵਰਡ ਆਰ ਲਿਖਣ ਦੀ ਜਗ੍ਹਾ ਅਸੀਂ ਇੱਕ ਕਰਵ ਦੀ ਸ਼ੇਪ ਦੇ ਵਿੱਚ ਅਸੀਂ ਆਰ ਲਿਖਾਂਗੇ। ਠੀਕ ਹੈ। ਹੁਣ ਨੀਚੇ ਅਸੀਂ ਕਰਵਸ ਦੀ ਐਗਜ਼ਾਮਪਲਸ ਲਿਖਤੀਆਂ ਹਨ, ਸੇਮ ਜਿਸ ਤਰ੍ਹਾਂ ਲਾਸਟ ਲਿਖਤੀਆਂ ਸੀ ਸਟ੍ਰੇਟ ਸਟ੍ਰੋਕਸ ਦੀਆਂ, ਸੇਮ ਅਸੀਂ ਇੱਥੇ ਹੁਣ ਕਰਵਸ ਨੂੰ ਲਗਾ ਰਹੇ ਹਾਂ। ਪਹਿਲਾਂ ਸਟਾਰਟਿੰਗ ਦੇ ਵਿੱਚ ਲਗਾਉਂਗੇ, ਸੈਕਿੰਡ ਵਾਲੀ ਲਾਈਨ ਦੇ ਵਿੱਚ ਅਸੀਂ ਕਿਸੇ ਹੋਰ ਸਟ੍ਰੋਕ ਦੇ ਨਾਲ ਲਗਾ ਕੇ ਦੇਖਾਂਗੇ। ਫਸਟ ਐਗਜ਼ਾਮਪਲ ਆਪਾਂ ਐਡ ਕੀਤੀ ਹੈ ਫਰॉड। ਹੁਣ ਫਰॉड ਦੇ ਵਿੱਚ ਅਸੀਂ ਲਗਾਈ ਹੈ ਐਫ ਨੂੰ ਆਰ ਦੀ ਹੁੱਕ, ਫਰॉ ਦਾ ਵੋਵਲ ਹੈ ਔ ਦਾ ਵੋਵਲ ਹੈ ਅਬਵ ਦਾ ਲਾਈਨ, ਫਸਟ ਪਲੇਸ ਚਲਾ ਗਿਆ, ਡੈਸ਼ ਨਾਲ ਰਿਪਰੈਜ਼ੈਂਟ ਕਰਾਂਗੇ। ਠੀਕ ਹੈ। ਹੁਣ ਅਸੀਂ ਇਸ ਚੈਪਟਰ ਤੋਂ ਪਹਿਲਾਂ ਅਸੀਂ ਅਗਰ ਫਰॉड ਲਿਖਣਾ ਸੀ ਤਾਂ ਅਸੀਂ ਐਫ ਪੂਰਾ ਲਿਖਣਾ ਸੀ, ਆਰ ਪੂਰਾ ਲਿਖਣਾ ਸੀ, ਡੀ ਪੂਰਾ ਲਿਖਣਾ ਸੀ। ਲੇਕਿਨ ਹੁਣ ਅਸੀਂ ਇਨੀਸ਼ੀਅਲ ਹੁਕਸ ਤੇ ਆ ਗਏ ਹਾਂ, ਯਾਨੀ ਅਸੀਂ ਹੁਣ ਆਰ ਦੀ ਸ਼ੇਪ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਆਰ ਦੀ ਹੁੱਕ ਜਿਹੜੀ ਹੈ ਉਹਦੇ ਨਾਲ ਲਿਖੀਏ, ਨਾ ਕਿ ਅਸੀਂ ਅਪਵਰਡ ਜਾਂ ਡਾਊਨਵਰਡ ਆਰ ਲਗਾਈਏ। ਸੋ ਅਸੀਂ ਹੁਣ ਇਹ ਸਾਰੀਆਂ ਜਿੰਨੀਆਂ ਐਗਜ਼ਾਮਪਲ ਸ਼ੋ ਹੋ ਰਹੀਆਂ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਆਰ ਦੀ ਹੁੱਕ ਲਗਾਈ ਹੈ। ਤੁਸੀਂ ਲਾਸਟ ਤੱਕ ਦੇਖੋ, ਆਨਰ ਤੱਕ ਦੇਖੋ, ਸਾਰਿਆਂ ਦੇ ਵਿੱਚ ਆਰ ਦੀ ਹੁੱਕ ਲੱਗੀ ਹੋਈ ਹੈ। ਸਾਰਿਆਂ ਨੂੰ ਸਟ੍ਰੋਕ ਤੋਂ ਬਾਅਦ ਆਰ ਦੀ ਹੁੱਕ ਹੈ, ਔਰ ਆਨਰ ਦੇ ਵਿੱਚ ਐਚ ਜਿਹੜਾ ਹੈ ਉਹ ਸਾਇਲੈਂਟ ਹੈ। ਸੋ ਅਸੀਂ ਆਨਰ ਹੈ, ਐਨ ਨੂੰ ਆਰ ਦੀ ਹੁੱਕ ਹੈ, ਐਚ ਤੇ ਕਨਫਿਊਜ਼ ਨਹੀਂ ਜਾਣਾ, ਆਨਰ ਹੈ, ਆਨਰ ਦੇ ਵਿੱਚ ਐਸ ਸਾਇਲੈਂਟ ਹੈ, ਐਨ ਨੂੰ ਅਸੀਂ ਆਰ ਦੀ ਹੁੱਕ ਲਗਾਈ। ਸੋ ਸਾਡੇ ਜਿੰਨੇ ਕਰਵਸ ਹੈਗੇ ਆ ਇਹ ਸਾਰਿਆਂ ਨੂੰ ਆਰ ਦੀ ਹੁੱਕ ਹੈ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਅੱਗੇ ਹੈ ਡਿਫਰ ਡਰਾਈਵਰ। ਹੁਣ ਅੱਗੇ ਇਹਦੇ ਚ ਅਸੀਂ ਐਗਜ਼ਾਮਪਲ ਦਾ ਡਿਫਰ, ਡਿਫਰ ਦੇ ਵਿੱਚ ਅਸੀਂ ਕੀ ਲਗਾਈ ਆ ਡੀ ਐਫ ਆਰ, ਯਾਨੀ ਕਿ ਐਫ ਦੀ ਹੁੱਕ ਹੈ, ਆਰ ਨੂੰ ਫਰ। ਫਸਟ ਅਸੀਂ ਦਿਖ ਰਿਹਾ ਫਰ ਵਰ ਥਰ ਦਰ, ਸੇਮ ਐਗਜ਼ਾਮਪਲ ਹੈ ਡਿਫਰ ਫਰॉड, ਦੋਨਾਂ ਚ ਸਾਊਂਡ ਹੈ ਫਰ ਫਰ, ਯਾਨੀ ਡੀ ਤੋਂ ਬਾਅਦ ਅਗਰ ਸਾਨੂੰ ਫਰ ਦੀ ਸਾਊਂਡ ਹੈ ਤਾਂ ਅਸੀਂ ਡੀ ਤੋਂ ਬਾਅਦ ਫਰ ਲਗਾਵਾਂਗੇ। ਡਰਾਈਵਰ ਤੋਂ ਬਾਅਦ ਸਾਨੂੰ ਹੁਣ ਡਰਾਈਵਰ ਦੇ ਵਿੱਚ ਕੀ ਚੀਜ਼ ਹੈ, ਥੋੜੀ ਜਿਹੀ ਕੁਝ ਚੇਂਜ ਹੈ। ਡਰਾਈਵਰ ਦੇ ਵਿੱਚ ਅਸੀਂ ਕੀ ਲਗਾਈ ਹੈ, ਡੀ ਨੂੰ ਆਰ ਦੀ ਹੁੱਕ ਵੀ ਲਗਾਈ ਹੈ ਔਰ ਵੀ ਨੂੰ ਆਰ ਦੀ ਹੁੱਕ ਵੀ ਲਗਾਈ, ਦੋ ਹੁੱਕਸ ਹੋ ਰਹੀਆਂ। ਯਾਨੀ ਕਿ ਅਸੀਂ ਇੱਥੇ ਦੋ ਆਰ ਪਾਣੇ ਸੀ ਜਿਹੜੇ ਕਿ ਆਪਾਂ ਪੂਰੇ ਅਪਵਰਡ ਆਰ ਪਾਣੇ ਸੀ, ਹੁਣ ਅਸੀਂ ਦੋ ਹੁੱਕਸ ਨਾਲ ਉਸ ਵਰਡ ਨੂੰ ਬਹੁਤ ਜ਼ਿਆਦਾ ਸ਼ਾਰਟ ਕਰਤਾ। ਡਰਾਈਵਰ ਪਹਿਲਾਂ ਪੈਣਾ ਸੀ ਡੀ, ਫਿਰ ਅਪਵਰਡ ਆਰ ਪੈਣਾ ਸੀ, ਫਿਰ ਵੀ ਪੈਣਾ ਸੀ, ਫਿਰ ਅਪਵਰਡ ਆਰ ਪੈਣਾ ਸੀ ਜਾਂ ਡਾਊਨਵਰਡ ਆਰ ਪਾਉਂਦੇ। ਹੁਣ ਅਸੀਂ ਆਰ ਦੀ ਹੁੱਕ ਯੂਜ਼ ਕਰ ਰਹੇ ਹਾਂ, ਲੇਕਿਨ ਹਮੇਸ਼ਾ ਕਿਸੇ ਵੀ ਸਟ੍ਰੋਕ ਤੋਂ जो लगनी पहला लेकिन रीड हमेशा बाद च। लास्ट एग्जांपल भी दिख रही है ਇੱਥੇ ਇੱਕ ट्रेनर आर, एन के आर वास्ते वो कह रहा है कि अगर ਅਸੀਂ इंग ਨੂੰ आर ਦੀ ਹੁੱਕ ਲਗਾਈਏ ਤਾਂ ਉਹ रीड करेगा बैंकर, यानी इंग होएगा एन नहीं, डार्क होएगा। टैंकर एन के आर ਨੂੰ ਅਸੀਂ ਕੀ ਕਰਨੀ ਹੈ इंगर ਦੀ ਹੁੱਕ। ड्रिंकर वास्ते की करना है ਅਸੀਂ एन के आर, लेकिन ਜਿਹੜੀ लास्ट एग्जांपल है ਉਹਦੇ ਵਿੱਚ ਸਾਨੂੰ ਸ਼ੋ ਹੋ ਰਿਹਾ एन के आर फिंगर,
ਉਹਦੇ ਵਿੱਚ ਇੰਗ ਨੂੰ ਅਸੀਂ ਆਰ ਦੀ ਹੁੱਕ ਲਗਾਈ। यानी कि मेन पॉइंट यह है कि सानू किसी स्ट्रोक के एंड विच एंकर या एंगर दी साउंड आएगी तो असी इंग नू ही आर दी हुक लगावांगे, ठीक है, एन नू नहीं, इंग नू असी आर दी हुक लगावांगे तो वो साउंड देगा इंगर दी भी और वो साउंड देगा इंकर दी, दोनों साउंड्स देगा, ठीक है। उस तो बाद नेक्स्ट अपना पॉइंट है एल हुक टू स्ट्रेट स्ट्रोक्स। बिफोर दैट ਆਪਾਂ ਕੀਤੇ हैं आर हुक। आर हुक ਅਸੀਂ ਲਗਾਈ स्ट्रेट स्ट्रोक्स नाल, एक्सपोनेंट्स नाल राइट साइड कर्व से ਅਸੀਂ अंदर लगाई और उस तो बाद ਅਸੀਂ इंगर और इंकर वास्ते इंग ਨੂੰ डार्क ਕੀਤਾ। ਹੁਣ ਅਸੀਂ अगली हुक शुरू कर रहे हैं, दैट इज एल हुक। एल हुक टू स्ट्रेट स्ट्रोक्स, यानी कि एल दी हुक ਅਸੀਂ स्ट्रेट स्ट्रोक्स ਨੂੰ किस तरह लगानी है। स्ट्रेट स्ट्रोक सानू पता है पीबीटीडी जेजे केगे, ठीक है। इस स्मॉल इनिशियल हुक written with the left motion anti-clockwise adds L to straight strokes does, यानी कि हुक स्मॉल ही रहेगी, इनिशियल ही रहेगी, लेकिन वो एल दी जड़ी साइड है ਉਹਦੇ ਵਿੱਚ कन्वर्ट हो जाएगी लेफ्ट मोशन से लेफ्ट डायरेक्शन यानी एंटी क्लॉकवाइज। आर दी हुक हमेशा लगेगी राइट साइड पे, एल दी हुक हमेशा लगेगी हमेशा ही लेफ्ट साइड। सो हुन फर्स्ट एग्जांपल सानू शो हो रही है पल बल टल डल चल चल कल गल। सारे स्ट्रोक्स ਨੂੰ ਅਸੀਂ एल दी हुक लगाई हुई है, ठीक है। ਪਿੱਛੇ ਲਗਾਈ ਸੀ ਆਰ ਦੀ ਸੀਗੀ ਰਾਈਟ ਡਾਇਰੈਕਸ਼ਨ, ਹੁਣ ਅਸੀਂ ਲਗਾਈ ਹੈ एल दी, यानी ਅਸੀਂ बैक साइड मूव ਕਰਾਂਗੇ एंटी क्लॉकवाइज ਆ, ठीक है। देखने च एकदम फर्स्टली अगर ਅਸੀਂ ਦੇਖਾਂਗੇ ਤਾਂ ਸਾਨੂੰ ਸ਼ਾਇਦ ਰਾਈਟ ਸਾਈਡ ਲੱਗਦੀ ਕਿਉਂਕਿ ਇਹ ਤਾਂ ਅੱਗੇ ਨੂੰ ਲੱਗ ਰਹੀ ਹੈ, ਪੀ ਪਿੱਛੇ ਹੈ और हुक अगे, इट मीनस राइट डायरेक्शन है, बट इन एक्चुअल जब ਅਸੀਂ ਲਿਖਾਂਗੇ ਤਾਂ ਇਹ ਜਿਹੜੀ हुक है ਇਹ लेफ्ट मोशन ਚ ਜਾਏਗੀ, ठीक है। हमेशा याद रखना आर दी हुक की हमेशा ਜਿਹੜੀ डायरेक्शन राइट साइड, आर तो राइट याद रहेगा, एल दी हुक ਸਾਨੂੰ हमेशा याद रहेगी एल तो लेफ्ट साइड। ਹੁਣ ਅਸੀਂ ਇਸ ਨੂੰ ਅਗਰ ਲਿਖ के देखांगे तो ये पीछे चली जाएगी, बैक साइड जाएगी, पल बल टल डल चल जल कल कल। ਹੁਣ नीचे दो लाइंस ਦੇ ਵਿੱਚ ਅਸੀਂ एग्जांपल्स ऐड ऑन कीतियां है, एग्जांपल्स ऐड कीतियां है। फर्स्ट है प्ले, ठीक है, ब्लैक, टाइटल, मॉडल, चिल्ड्रन, जैलिश, क्लिप, ग्लो। यानी कि सारियां दे विच ਅਸੀਂ ਕੀ ਕੀਤਾ है कि एल दी हुक आई है, ठीक है। प्ले अगर ਅਸੀਂ ਇਸ ਨੂੰ ਹੁਕ ਨੂੰ ਰਾਈਟ ਸਾਈਡ ਲਗਾਉਂਗੇ ਤਾਂ ਇਹ ਕਨਵਰਟ ਹੋ ਜਾਏਗਾ ਪ੍ਰੇ। ਹੁਣ ਅਗਲਾ ਵਰਡ ਹੈ ਬਲੈਕ, ਬਲੈਕ ਦੀ ਅਗਰ ਅਸੀਂ ਇਹਨੂੰ ਰਾਈਟ ਸਾਈਡ ਲਗਾਤਾ ਤੇ ਬਣ ਜਾਏਗਾ ਬ੍ਰੈਕ, ठीक है। मेन ਹੁਣ ਅਗਲਾ ਵਰਡ ਹੈ, ਥੋੜੀ ਜਿਹੀ ਐਗਜ਼ਾਮਪਲ ਦੇਖੋ, ਧਿਆਨ ਨਾਲ ਦੇਖੋ, ਗਈ ਹੈ टाइटल। टी, टी ਨੂੰ ਅਸੀਂ ਲੈਫਟ ਸਾਈਡ ਲਗਾ ਰਹੇ ਹਾਂ ਤਾਂ ਉਹ ਐਲ ਦੀ ਹੁਕ ਹੈ, ਅਗਰ ਅਸੀਂ ਇਹਨੂੰ ਅੱਗੇ ਨੂੰ ਲਗਾ ਦੇਤੇ ਤਾਂ ਉਹ ਆਰ ਦੀ ਬਣ ਜਾਏਗੀ, ਉਹ ਫਿਰ टाइटर बन जाए। सो प्रैक्टिस चाहिए, शॉर्ट हैंड मीन्स प्रैक्टिस, शॉर्ट हैंड प्रैक्टिस अलावा कुछ है ही। अगर ਅਸੀਂ ਇੱਕ ਸਿੰਪਲ ਵਰਡ ਵੀ ਦੇਖ ਰਹੇ ਹਾਂ ਪਰ अगर पल बल टल डल ही सानू दिखाई दे रहा है तो एटलीस्ट सानू एक पी और एल दी पल दी ही सानू 4-5 पेजेस अगर ਅਸੀਂ ਲਿਖਾਂਗੇ ਤਾਂ ਜਾ ਕੇ ਸਾਡਾ ਸਪੀਡਲੀ ਹੱਥ ਬੈਠੇਗਾ ਵੀ ਅਸੀਂ ਪੀ ਨੂੰ ਐਲ ਦੀ ਹੁਕ ਲੈਫਟ ਡਾਇਰੈਕਸ਼ਨ, ਅਗਰ ਅਸੀਂ ਪੀ ਨੂੰ ਆਰ ਦੀ ਹੁਕ ਲਗਾ ਰਹੇ ਹਾਂ ਰਾਈਟ ਡਾਇਰੈਕਸ਼ਨ ਚ ਪੀ ਨੂੰ ਆਰ ਦੀ, ਤਾਂ ਐਟਲੀਸਟ ਸਾਨੂੰ ਪੀ ਔਰ ਆਰ ਦੇ ਪਰ ਤੇ ਵੀ ਐਟਲੀਸਟ 4 पेजेस ਚਾਹੀਦੇ। ਹੁਣ ਅਗਰ ਇਹ ਐਗਜ਼ਾਮਪਲ ਸਾਨੂੰ ਸ਼ੋ ਹੋ ਰਹੀਆਂ ਸਾਹਮਣੇ प्ले, ब्लैक, टाइटल, मॉडल, चिल्ड्रन, चिल्ड्रन ਦੇ ਵਿੱਚ ਸਾਨੂੰ ਐਗਜ਼ਾਮਪਲ ਦੇਖੋ ਅਗੇਨ ਡਬਲ ਹੁਕ ਸ਼ੋ ਹੋ ਰਹੀ ਹੈ, ਜੇ ਨੂੰ ਐਲ ਦੀ, ਠੀਕ ਹੈ, ਐਨ ਦੀ ਹਲੇ ਅਸੀਂ ਕੀਤੀ ਨਹੀਂ, ਇਸ ਕਰਕੇ ਚਲੋ ਆਪਾਂ ਇਹਨੂੰ ਫॉर द टाइमिंग ਛੋੜ ਦਿੰਦੇ ਆ, ਐਨ ਦੀ ਹੁਕ ਹਲੇ ਆਣੀ, ਠੀਕ ਹੈ। ਇਸ ਵਰਡ ਨੂੰ ਆਪਾਂ ਫॉर द टाइमिंग ਆਪਾਂ ਛੋੜ ਸਕਦੇ ਆ ਕਿਉਂਕਿ ਹਲੇ ਅਸੀਂ ਇਨੀਸ਼ੀਅਲ ਹੁਕ ਤੋਂ ਬਾਅਦ ਨੈਕਸਟ ਚੈਪਟਰ ਦੇ ਵਿੱਚ ਅਸੀਂ ਫਾਈਨਲ ਹੁਕ ਵੀ ਕਵਰ ਕਰਨ ਜਾਵਾਂਗੇ। कवर ਉਹਦੇ ਚ ਉਹ ਸਟ੍ਰੋਕ ਦੇ ਐਂਡ ਵਿੱਚ ਲੱਗਣਗੀ ਐਨ ਦੀ ਔਰ ਐਫ ਦੀ ਔਰ ਪੀ ਦੀ, ਠੀਕ ਹੈ। ਸੋ ਹੁਕਸ ਜਿਹੜੀਆਂ ਉਹ ਅਸੀਂ ਸਾਰੇ ਸਟ੍ਰੋਕਸ ਨੂੰ ਲਗਾਉਣੀਆਂ, ਸ਼ੁਰੂ ਦੇ ਵਿੱਚ ਵੀ ਲਗਾਉਣੀਆਂ, ਐਂਡ ਵਿੱਚ ਵੀ ਲੱਗਣਗੀਆਂ, ਸਭ ਲੱਗਣਗੀਆਂ। ਅਸੀਂ ਹਰ ਚੈਪਟਰ ਦੇ ਵਿੱਚ ਕਰਨਾ ਕੀ ਹੈ, ਇੱਕ ਇੱਕ ਪੁਆਇੰਟ ਸ਼ਾਰਟ ਹੀ ਕਰਦੇ ਜਾਣਾ, ਠੀਕ ਹੈ। ਅਗਲਾ ਵਰਡ ਹੈ ਟ੍ਰਿਪਲ। ट्रिपल ਦੇ ਵਿੱਚ
ਹੁਣ ਇੱਕ एग्जांपल मेन है ट्रिपल वाली भी और ट्रबल वाली भी, दोनों ये दो एग्जांपल मेन है कि टी ਨੂੰ ਆਰ ਦੀ ਹੁੱਕ ਵੀ ਲੱਗੀ ਹੋਈ ਹੈ ਔਰ ਪੀ ਨੂੰ ਐਲ ਦੀ ਹੁੱਕ ਵੀ ਲੱਗੀ। ट्रबल ਦੇ ਵਿੱਚ ਵੀ ਟੀ ਨੂੰ ਆਰ ਦੀ ਹੁੱਕ ਵੀ ਹੈ ਔਰ ਬੀ ਨੂੰ ਐਲ ਦੀ। दोनों ही इनिशियल है, दोनों ही स्टार्टिंग च है, दोनों बिगनिंग च है, दोनों ही स्ट्रोक ਦੇ ਸ਼ੁਰੂ ਵਿੱਚ ਲੱਗਿਆ। ट्रिपल ਦੇ ਵਿੱਚ ਈ ਦਾ ਹੈ, ਇਸ ਕਰਕੇ ਇੰਟਰਵਿਨਿੰਗ ਵੋਵਲ ਵੀ ਲੱਗਿਆ। ट्रबल ਦੇ ਵਿੱਚ ਅ ਦਾ ਵੋਵਲ ਹੈ, ਔਨ ਦਾ ਲਾਈਨ ਹੈ, ਸੈਕੰਡ ਪਲੇਸ। ਮੇਨ ਸਾਡਾ ਇਸ ਸਲਾਈਡ ਦੇ ਵਿੱਚ ਸਿਰਫ ਇੰਨਾ ਕੁ ਲੌਜਿਕ ਹੈ ਕਿ ਐਲ ਹੁੱਕ ਜਿਹੜੀ ਹੈ ਉਹ ਸਟ੍ਰੇਟ ਸਟ੍ਰੋਕਸ ਨੂੰ ਅਸੀਂ ਲੈਫਟ ਸਾਈਡ ਲਗਾਣੀ ਹੈ, ਆਰ ਦੀ ਹੁੱਕ ਜਿਹੜੀ ਹੈ ਉਹ ਅਸੀਂ ਸਟ੍ਰੇਟ ਸਟ੍ਰੋਕਸ ਨੂੰ ਹਮੇਸ਼ਾ ਲੈਫਟ ਸਾਈਡ ਲਗਾਣੀ ਹੈ। ਬਾਕੀ ਪ੍ਰੈਕਟਿਸ ਹੈ। ਹੁਣ ਜਿੱਦਾਂ ਇੱਕਦਮ ਟ੍ਰਿਪਲ ਵਰਡ ਡਬਲ ਵਰਡ ਦਿਖਾਈ ਦੇ ਰਹੇ ਤੁਹਾਡੇ ਸਾਹਮਣੇ, ਦੋ ਦੋ ਹੁੱਕ ਨੂੰ ਕਵਰ ਕਰ ਰਹੇ ਆ, ਇਹ ਤੁਸੀਂ ਸੋਚੋਗੇ ਉਸ ਟਾਈਮ ਕਿ ਜਿੱਦਾਂ ਅਸੀਂ ਪ੍ਰੈਕਟਿਸ ਹੋਏਗੀ ਸਾਨੂੰ ਵੀ ਆਰ ਦੀ ਹੁੱਕ ਰਾਈਟ ਤੇ ਹੈ, ਐਲ ਦੀ ਹੁੱਕ ਲੈਫਟ ਤੇ ਹੈ, ਤੇ ਅਸੀਂ ਸਪੀਡਲੀ ਲਿਖ ਸਕਦੇ ਹਾਂ, ਚਾਹੇ ਉਹ ट्रिपल वर्ड है चाहे वो ट्रबल वर्ड है। लेकिन अगर साडी प्रैक्टिस ही नहीं है, सानू पता ही नहीं है कि ਅਸੀਂ फिर मिक्स करके भी अच्छा आर दी अच्छा सोचते हैं किधर जाएगी, राइट साइड जाएगी, लेफ्ट साइड जाएगी, एल दी किथे जाएगी, लेफ्ट साइड है राइट साइड है, तो वो इन्ना टाइम नहीं होएगा साडे कोल, सोचण ਲਈ कुछ नहीं है क्योंकि वैसे भी हुक ਜਿਹੜੀ ਆ ਉਹ लगनी पहला, ठीक है, लेकिन ਆਪਾਂ रीड ਜਿਹੜੀ ਆ ਉਹ स्ट्रोक ਤੋਂ ਬਾਅਦ कर रहे हैं। इस करके ਇਹਦੀ ਸਾਨੂੰ स्पीड ਇਹਦੀ प्रैक्टिस मैक्सिमम सब तो ज्यादा इस चैप्टर की प्रैक्टिस चाहिए है, क्योंकि ਅਸੀਂ एकदम जिद्दां ही वर्ड ਨੂੰ फॉलो ਕੀਤਾ ਤੇ ਅਸੀਂ फटाफट लगा देंगे। अगर ਸਾਨੂੰ प्ले वर्ड बोलिया गया तो प्ले ਦੇ ਵੀ ਸਾਊਂਡ तो ਸਾਨੂੰ पी ਦੀ ਪਹਿਲਾਂ ਆਈ ਹੈ और एल ਦੀ ਸਾਊਂਡ ਤਾਂ ਬਾਅਦ ਚ ਆ ਰਹੀ ਹੈ, लेकिन ਆਪਾਂ ਹੁੱਕ ਜਿਹੜੀ ਹੈ एल ਪਹਿਲਾਂ लगा रहे हैं, पी ਬਾਅਦ ਚ लगा। प्ले वर्ड बोलिया ਅਸੀਂ ਪਹਿਲਾਂ आर ਦੀ ਹੁੱਕ लगा रहे हैं फिर पी लगा रहे हैं। ਇੱਕ ਸਾਨੂੰ ਜਿਹੜੀ ਆ ਆਪਣਾ ਕਹਿ ਲਓ ਕਿ ਬਹੁਤ ਜ਼ਿਆਦਾ ਅਲਰਟ ਰਹਿਣਾ ਪਏਗਾ ਆਰ ਦੀ ਹੁੱਕ ਔਰ ਐਲ ਦੀ ਹੁੱਕ ਲਗਾਉਣ ਪਿੱਛੇ। ਅਸੀਂ ਬਿਲਕੁਲ ਕਨਫਿਊਜ਼ ਨਹੀਂ ਹੋਣਾ, ਲੇਕਿਨ ਪ੍ਰੈਕਟਿਸ ਮੰਗਾਂਗੇ। ਜਿੰਨੀ ਪ੍ਰੈਕਟਿਸ ਅਸੀਂ ਕਰਾਂਗੇ ਆਰ ਦੀ ਹੁੱਕ ਦੀ ਔਰ ਐਲ ਦੀ ਹੁੱਕ ਦੀ, ਉਨਾ ਹੀ ਸਾਡੇ ਲਈ ਬੈਸਟ ਰਹੇਗਾ। ਠੀਕ ਹੈ, ਮੈਕਸਿਮਮ ਪ੍ਰੈਕਟਿਸ ਆ, ਹੋਰ ਕੁਛ ਨਹੀਂ ਹੈ। ਚੈਪਟਰ ਬਹੁਤ ਈਜ਼ੀ ਹੈ, ਸਾਡੇ ਇਹਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਵੀ ਸਪੀਡ ਫੋਲੋ ਹੋ ਜਾਏਗੀ ਵੀ ਸਾਨੂੰ ਕੀ ਹੈ ਆਰ ਔਰ ਐਲ ਜਿਹੜਾ ਹੈ ਨਾ ਅਪਵਰਡ ਪਾਣਾ ਪੈ ਰਿਹਾ ਨਾ ਡਾਊਨਵਰਡ ਪਾਣਾ ਪੈ ਰਿਹਾ, ਜਸਟ ਇੱਕ ਸਮਾਲ ਹੁੱਕ ਐਡ ਕਰਾਂਗੇ, ਸਮਾਲ ਹੁੱਕ ਐਡ ਕਰੀ ਜਾਓਗੇ ਤੇ ਉਹਦੇ ਨਾਲ ਸਾਨੂੰ ਕੀ ਹੈ ਜਿਹੜੀ ਉਹ ਸਾਊਂਡ ਦੇਈ ਜਾਏਗਾ ਆਰ ਦੀ ਔਰ ਐਲ ਦੀ। ਹੁਣ ਅਸੀਂ ਲਾਸਟ ਸਲਾਈਡ ਦੇ ਵਿੱਚ ਡਿਸਕਸ ਕੀਤਾ ਸੀ ਲਾਸਟ ਟੂ ਲਾਸਟ ਦੇ ਵਿੱਚ ਕਿ ਅਸੀਂ ਆਰ ਦੀ ਹੁੱਕ ਕਰਵਡ ਸਟ੍ਰੋਕਸ ਕਿਸ ਤਰ੍ਹਾਂ ਪਾਣੀ ਹੈ। ਹੁਣ ਇਸ ਸਲਾਈਡ ਦੇ ਵਿੱਚ ਅਸੀਂ डिस्कस करांगे एल हुक टू कर्व स्ट्रोक्स, यानी कि ਅਸੀਂ कर्व ਨੂੰ एल ਦੀ ਹੁੱਕ ਕਿਸ ਤਰ੍ਹਾਂ ਯੂਜ਼ ਕਰਦੇ ਹਾਂ। लार्ज इनिशियल, a large initial hook written inside the curve adds L to a curved stroke. Thus, a large initial hook means ਕਿ ਸ਼ੁਰੂ ਦੇ ਵਿੱਚ ਅਸੀਂ कर्व ਨੂੰ ਹੁੱਕ ਜਿਹੜੀ ਹੈ ਲਾਰਜ, स्ट्रेट स्ट्रोक्स ਨੂੰ ਅਸੀਂ आर और एल ਦੀ ਹੁੱਕ ਰਾਈਟ ਔਰ ਲੈਫਟ ਸਾਈਡ ਲਗਾਈ ਸੀ, ਬਟ ਇੱਕ ਸਮਾਲ ਹੁੱਕ ਲਗਾਈ ਸੀ। ਕਰਵ ਵੀ ਸਾਡੇ ਕੋਲ ਜਿਹੜੀ ਹੈ ਉਹ ਹੈ ਹੀ ਇਨਸਾਈਡ ਦਾ ਕਰਵ ਹੈ, ਯਾਨੀ ਸਾਡੇ ਕੋਲ ਕਰਵ ਦੇ ਵਿੱਚ ਕੋਈ ਰਾਈਟ ਸਾਈਡ ਨਹੀਂ ਹੈ, ਕੋਈ ਲੈਫਟ ਸਾਈਡ ਨਹੀਂ ਹੈ। ਕਰਵ ਦੇ ਸਾਡੇ ਕੋਲ ਆਪਣੇ ਕੋਲ ਇੱਕੋ ਹੀ ਸਾਈਡ ਹੈ ਕਰਵ ਦੇ ਅੰਦਰ, ਇਨਸਾਈਡ ਦਾ ਕਰਵ। ਹੁਣ ਆਪਾਂ ਉਹਦੇ ਵਿੱਚ ਆਰ ਦੀ ਹੁੱਕ ਲਗਾਈ ਹੈ ਸਮਾਲ। ਹੁਣ ਐਲ ਵਾਸਤੇ ਡਿਫਰੈਂਸ ਕਿੱਦਾਂ ਕਰਾਂਗੇ? ਅਗਰ ਅਸੀਂ ਐਲ ਦੀ ਵੀ ਸਮਾਲ ਲਗਾਤੀ ਆਰ ਦੀ ਵੀ ਸਮਾਲ ਲਗਾਤੀ ਤਾਂ ਡਿਫਰੈਂਸ਼ੀਏਟ ਨਹੀਂ ਪਤਾ। ਉਸ ਡਿਫਰੈਂਸ ਨੂੰ ਕਲੀਅਰ ਕਰਨ ਲਈ ਅਸੀਂ ਐਲ ਵਾਸਤੇ ਅਸੀਂ ਕਰਨੀ ਹੈ ਕਰਵ ਨੂੰ ਲਾਰਜ ਹੁੱਕ ਲਗਾ। ਸੋ ਲਾਰਜ ਹੁੱਕ ਦੇ ਵੀ ਜਿਹੜਾ ਸਾਈਜ਼ ਹੈ ਹੁੱਕ ਦਾ ਡਬਲ ਹੋ ਜਾਏਗਾ, ਲਾਰਜ ਹੋ ਜਾਏਗਾ, ਯਾਨੀ ਕਿ ਪਿੱਛੇ ਅਸੀਂ ਆਰ ਕਰਵ ਨੂੰ ਜਿਹੜੀ ਹੈ ਆਰ ਦੀ ਹੁੱਕ ਬਹੁਤ ਸਮਾਲ ਲਗਾਈ ਹੈ, ਦਿਖ ਰਹੀ ਹੈ ਸਕਰੀਨ ਦੇ ਵਿੱਚ ਸ਼ੇਅਰ ਹੋ ਰਹੀ ਹੈ ਕਿ ਹੁੱਕ ਬਿਲਕੁਲ ਹੀ ਡਬਲ ਹੋ ਗਈ ਹੈ, ਲਾਰਜ ਲੱਗੇਗੀ। ਇਨੀਸ਼ੀਅਲੀ ਲੱਗੇਗੀ ਕਰਵ ਦੇ ਸਟਾਰਟਿੰਗ ਦੇ ਵਿੱਚ ਹੀ, बट अगर एल दी साउंड है तो लार्ज लगावांगे, आर दी साउंड है तो ਅਸੀਂ स्मॉल लगावांगे। ਹੁਣ नीचे वही वाले वर्ड्स वही आएंगे, वो फल है, अगर फर है तो स्मॉल लग जाएगी, फल है तो लार्ज लग जाएगी, वल है तो लार्ज लग जाएगी, वर है तो स्मॉल लग जाएगी। सारी एग्जांपल्स सेम ही रहेंगी। थल है तो ਅਸੀਂ लार्ज लगा रहे, लेकिन अगर थर है तो स्मॉल लगे। बस ਹੁਣ ਇਹਦੇ ਲਈ ਸਾਨੂੰ ਮੇਨ ਜਿਹੜੀ ਬੇਸਿਕ ਚੀਜ਼ ਹੈ ਪ੍ਰੈਕਟਿਸ ਹੈ ਕਿ ਅਸੀਂ ਆਰ ਦੀ ਸਾਊਂਡ ਆ ਰਹੀ ਹੈ ਤਾਂ ਸਮਾਲ ਲਗਾਣੀ ਹੈ, ਐਲ ਦੀ ਸਾਊਂਡ ਆ ਰਹੀ ਹੈ ਤਾਂ ਅਸੀਂ ਹੈਵੀ ਲਗਾਣੀ ਹੈ। ਮੇਨ ਇਹਦੇ ਵਿੱਚ ਇੰਨਾ ਕੀ ਹੈਗਾ, ਲੇਕਿਨ ਇਹ ਵਾਲੀ ਈਜ਼ੀ ਹੈ। ਐਲ ਦੀ ਹੁੱਕ ਤੇ ਵੀ ਸਾਡਾ ਫਲੋ ਥੋੜਾ ਜਲਦੀ ਬੈਠਦਾ ਹੈ ਕਿਉਂਕਿ ਲਾਰਜ ਲਗਾਉਣ ਲਈ ਸਾਨੂੰ ਥੋੜਾ ਟਾਈਮ ਜਰਾ
टाइम कंज्यूमिंग घट होएगी। एल दी हुक अगर ਅਸੀਂ ਲਗਾ ਰਹੇ ਹਾਂ कर्व्स ਨੂੰ बड़ी स्पीडली लगेगी, लेकिन अगर आर दी हुक ਅਸੀਂ कर्व ਨੂੰ ਲਗਾ ਰਹੇ ਹਾਂ ਸਾਨੂੰ जस्ट सेकंड वास्ते शेप बनाने ਲਈ थोड़ा ਜਿਹਾ ਹੱਥ ਜਿਹੜਾ ਫਲੋ ਜਿਹੜਾ ਸਪੀਡ ਘਟ ਜਾਂਦੀ ਹੈ। एल दी हुक बहुत स्पीडली काम करेगी और ਸਾਡੀ ਸਪੀਡ ਜਿਹੜੀ ਹੈ ਉਹ ਡਰਾਸਟਿਕਲੀ ਚੇਂਜ ਹੋਏਗੀ। ठीक है, ਹੁਣ एग्जांपल्स है नीचे ਉਹ ਸਾਰੀਆਂ एल दी हुक ਦੀਆਂ ਹੈਗੀਆਂ। ਹੁਣ ਅਸੀਂ ਇੰਨਾ ज़्यादा नहीं कर सकते कि एक एग्जाम्पल करिए, लेकिन जस्ट दो एग्जाम्पल मैं रीड कर देने। फर्स्ट एग्जाम्पल शो हो रही है फ्लैग। फ्लैग ਨੂੰ आर ਦੀ ਹੁੱਕ ਹੈ ਕਿਉਂਕਿ ਐਫ ਦੇ ਨਾਲ ਐਲ ਦੀ ਸਾਊਂਡ ਹੈ। ਐਲ ਦੀ ਸਾਊਂਡ ਜਿਹੜੀ ਹੈ ਉਹ ਸਾਨੂੰ ਲਾਰਜ ਆਈ ਹੈ, ਲਾਰਜ ਹੁੱਕ ਲਗਾਣੀ ਹੈ। ਅਗਰ ਅਸੀਂ ਇਹਨੂੰ ਸਮਾਲ ਲਗਾਓ ਤਾਂ ਕੀ ਬਣੇਗਾ फ्रैग, ओ एफ आर ए जी। ठीक है, अगर ਅਸੀਂ लार्ज लगाइए तो इट मीन्स एफ एल ए जी। अगर लार्ज है तो फुलर दी साउंड, अगर स्मॉल है तो एफ आर। ठीक है, ये सारी एग्जांपल हुई है। लास्ट तक चले जाने, लास्ट वाली एग्जांपल कर लेने ਆਪਾਂ। नलीफाई, नलीफाई ਦੇ ਵਿੱਚ ਸਾਨੂੰ एन ਦੀ साउंड आ रही है और ਉਸ ਤੋਂ ਬਾਅਦ एल ਦੀ साउंड है, एफ है एंड आई ਦਾ डिफथॉन्ग है। लेकिन ऑन द लाइन क्यों है, क्योंकि अ ਦਾ वॉवल है, अ ਦਾ वॉवल हमेशा ऑन द लाइन रहेगा, सेकंड प्लेस। मेन चीज ये है कि ਅਸੀਂ कर्व ਨੂੰ हमेशा लॉजिक सिर्फ इन्ना है कि कर्व्स ਨੂੰ हमेशा अगर एल दी हुक लगानी है, लगानी ਜਿਹੜੀ है वो लार्ज लगानी है इंस्टेड ऑफ ए स्मॉल इनिशियल। स्मॉल लगावांगे तो आर दी साउंड, लार्ज लगावांगे तो आर एल दी साउंड। ठीक है, ਹੁਣ ਅੱਗੇ ਨੀਚੇ एग्जांपल्स ਜਿਹੜੀਆਂ ਹੈ ਜਿੱਦਾਂ ਹੁਣ ਸ਼ਫਲ। ਸ਼ਫਲ ਦੇ ਵਿੱਚ ਹੁਣ ਸਾਊਂਡ ਸਾਨੂੰ ਆ ਰਹੀ ਹੈ ਸ਼ ਦੀ और ਉਸ ਤੋਂ ਬਾਅਦ एफ ਨੂੰ एल दी हुक लगाई है तो लार्ज हुक लगाई है तो शफल। अगर असी तो स्मॉल लगा देंगे तो साउंड आएगी शफल। ठीक है, सो इन्ना ही डिफरेंस है कि एल दी हुक वास्ते असी स्ट्रोक ਨੂੰ लार्ज लगानी है कर्व्ड वाले ਨੂੰ, और अगर छोटी लगावांगे तो स्मॉल साउंड है आर दी। लेकिन ये सारी ਜਿਹੜੀ चीज है साडी इनिशियल हुक्स ਦੇ ਵਿੱਚ मैक्सिमम प्रैक्टिस है और कुछ नहीं। पिछली स्लाइड ਦੇ ਵਿੱਚ ਇੱਕ पॉइंट मैं एग्जाम्पल दिख रही सी सानू ऑफिशियल मार्शल, ये दो मैं रीड नहीं कीतियां सी, वो मैं हुण अगे तुहानू दसांगी, दो मैं स्किप कीतियां सी। ਅਸੀਂ एक अगला पॉइंट दिख रहा सानू हुक्ड शर एंड शर। श ਨੂੰ अगर आर दी हुक लगाओगे स्मॉल हुक, क्योंकि श ਜਿਹੜਾ है वो भी कर्व्ड है, श दोनों ही श तो अपना कर्व्ड है, लेकिन वो कह रहा है कि एक स्पेशल पॉइंट एक्स्ट्रा पॉइंट ऐड कर रहा है द डबल कॉन्सोनेंट। डबल कॉन्सोनेंट शर, डबल कॉन्सोनेंट बन गया, श ਨੂੰ आर दी हुक लगाई तो दो कॉन्सोनेंट बन गए। इज ऑलवेज रिटन डाउनवर्ड। डाउनवर्ड साडे किहड़े स्ट्रोक्स हैगे पीबी टीडी जेजे। ठीक है, ਉਹਦੇ ਚੋਂ कह रहा है कि अगर सानू किसी भी चाहे स्टार्टिंग ਦੇ ਵਿੱਚ ਚਾਹੇ वर्ड ਦੇ एंड ਵਿੱਚ अगर श ਦੇ ਨਾਲ आर ਦੀ साउंड आ रही है, ठीक है, शर ਦੀ साउंड है तो ਅਸੀਂ हमेशा उसको डाउनवर्ड ही उसे लिखना ही है। जिदा फर्स्ट एग्जांपल है प्रेशर, प्रै श, श ਨੂੰ ਅਸੀਂ आर ਦੀ हुक लगाई। श्रॉफ, श ਨੂੰ ਅਸੀਂ आर ਦੀ हुक लगाई। ठीक है, डाउनवर्ड ही है, ਇਹਦੇ ਚ ਕੁਝ ਨਹੀਂ है। मेन अगले पॉइंट ਨੂੰ अगर ਅਸੀਂ ਕਰਾਂਗੇ ਤਾਂ ਸਾਨੂੰ क्लियर होएगा। अगला पॉइंट अपना हैगा द डबल कॉन्सोनेंट शल इज ऑलवेज रिटन अपवर्ड्स। फॉर एग्जांपल ਇਹ मेन है कि ਅਸੀਂ शल ਜਿਹੜਾ है ਉਹ कभी भी अपवर्ड ਜਿਹੜਾ है पाना है, डाउनवर्ड नहीं पाना। शल हमेशा यूज करना है अपवर्ड। तो ਇਹ ਸਾਨੂੰ ਹੁਣ ਪਿੱਛੇ ऑफिशियल और मार्शल वाली एग्जांपल में इसीलिए पहले स्किप ਕੀਤੀ ਸੀ। ਹੁਣ फर्स्ट एग्जांपल ਸਾਨੂੰ दिख रही है मार्शल, साउंड किस चीज दी आई है शल दी। प्रेसिडेंशियल शल, क्रूशियल शल, इसेंशियल शल, ऑफिशियल शल। स्पेलिंग से नहीं जाना, ਅਸੀਂ साउंड ਤੇ जाना। हर एक दे एंड ਵੀ ਸਾਨੂੰ साउंड आई है शल 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 पंजो एग्जांपल ਦੇ ਵਿੱਚ। ठीक है, और ਇਹ पंजो ਦੇ ਵਿੱਚ ਅਸੀਂ शल ਨੂੰ ਕੀ ਕੀਤਾ ਹੈ अपवर्ड लेके गया, किते भी ਅਸੀਂ शल ਨੂੰ जो है डाउनवर्ड नहीं लिखा। सो ये प्रैक्टिस बहुत ज्यादा मंगेगा। ਆਪਾਂ एक सिंगल शल ਦਾ पेज सिर्फ श ਨੂੰ एल दी हुक लगाओ और एटलीस्ट 4-5 पेजेस शल दी ही प्रैक्टिस करनी है।
ਤਾਂ ਸਾਡੀ ਪ੍ਰੈਕਟਿਸ ਹੋਏਗੀ ਕਿ ਚਾਹੇ ਮਾਰਸ਼ਲ वर्ड है, चाहे प्रेजिडेंशियल है, क्रूशियल है, एसेंशियल, कोई भी वर्ड है, ऑफिशियल है, सारे वर्ड ਨੂੰ ਸ਼ਲ ਜਿਹੜਾ ਹਮੇਸ਼ਾ ਅਪਵਰਡ ਲਗਾਉਣਾ ਹੈ। ਅਪਵਰਡ ਵਾਸਤੇ ਸਾਨੂੰ ਸ਼ਲ ਦੀ ਪ੍ਰੈਕਟਿਸ ਕਰਨੀ ਸ਼ਰ ਦੀ ਹੋ ਜਾਏਗੀ, ਕਿਉਂਕਿ ਆਟੋਮੈਟਿਕਲੀ ਅਸੀਂ ਸ਼ਰ ਨੂੰ ਫਸਟ ਚੈਪਟਰ ਤੋਂ ਡਾਊਨਵਰਡ ਲਿਖਦੇ ਆ ਰਹੇ ਹਾਂ, ਤੇ ਅਸੀਂ ਸ਼ਰ ਨੂੰ ਆਰ ਦੀ ਹੁੱਕ ਲਗਾਵਾਂਗੇ, ਉਹ ਸਾਡਾ ਹੱਥ ਬੈਠ ਜਾਏਗਾ। ਲੇਕਿਨ ਜਿਹੜਾ ਸ਼ਲ ਹੈ ਉਹ ਪ੍ਰੈਕਟਿਸ ਮੰਗੇਗਾ। ਸ਼ਲ ਜਿਹੜਾ ਹਮੇਸ਼ਾ ਹੀ ਯੂਜ਼ ਹੋਏਗਾ ਅਪਵਰਡ। ਸੋ ਇਸ ਲਈ ਸ਼ਰ ਨੂੰ ਐਲ ਦੀ ਹੁੱਕ ਲਗਾ ਕੇ ਅਸੀਂ ਉਹਦੀ ਪ੍ਰੈਕਟਿਸ ਕਰਨੀ ਹੈ। ਐਟਲੀਸਟ 4-5 ਪੇजेस ਸ਼ਲ ਦੀ ਹੀ ਸਿੰਗਲ ਪ੍ਰੈਕਟਿਸ ਚਾਹੀਦੀ। ਉਸ ਤੋਂ ਬਾਅਦ ਫਿਰ ਐਗਜ਼ਾਮਪਲਸ ਅਸੀਂ ਕਰ ਸਕਦੇ ਹਾਂ। एग्जाम्पल फर्स्ट एग्जाम्पल ही क्लियर करेगी कि मार्शल ਅਸੀਂ ਇਹਦੇ ਵਿੱਚ ਸ਼ਲ ਜਿਹੜਾ ਹੈ ਉਹ ਅਪਵਰਡ ਲਿਖਿਆ ਹੈ, ਡਾਊਨਵਰਡ ਨਹੀਂ ਲਿਖਿਆ। ਠੀਕ ਹੈ, ਇਹ ਬੇਸਿਕ ਪੁਆਇੰਟ ਸੀਗਾ। ਸ਼ਰ ਕਾਮਨ ਸੀ, ਲੇਕਿਨ ਸ਼ਲ ਦੇ ਵਿੱਚ ਉਸਨੇ ਡਿਫਰੈਂਟ ਚੀਜ਼ ਐਡ ਕੀਤੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਅਸੀਂ ਆਲਰੇਡੀ ਵੈਸੇ ਕਰ ਚੁੱਕੇ ਹਾਂ, ਵੋਵਲਸ ਐਂਡ ਡਬਲ ਕੌਨਸੋਨੈਂਟ। ਡਬਲ ਕੌਨਸੋਨੈਂਟ ਜਿਹੜੇ ਕੀਤੇ, ਯਾਨੀ ਕਿ ਅਸੀਂ ਕਿਸੇ ਵੀ ਸਟ੍ਰੋਕ ਨੂੰ ਆਰ ਦੀ ਜਾਂ ਐਲ ਦੀ ਹੁੱਕ ਲਗਾਈ ਹੈ। ठीक है, वो बन गए सारे डबल कॉन्सोनेंट। वॉवल्स आर रेड विद द डबल कॉन्सोनेंट्स अकॉर्डिंग टू देयर प्लेसेस एज इन, यानी कि ਅਸੀਂ ਵੋਵਲਸ ਨੂੰ ਰੀਡ ਕਰਾਂਗੇ, ਠੀਕ ਹੈ, ਕਿਸ ਤਰ੍ਹਾਂ ਅਕੋਰਡਿੰਗ ਟੂ देयर ਪਲੇਸ। ਇਹ ਮੈਂ ਆਲਰੇਡੀ ਦੱਸ ਚੁੱਕੀ ਹਾਂ ਵੀ ਅਸੀਂ ਕਦੀ ਵੀ ਵੋਵਲ ਦਾ ਪਲੇਸ ਨਹੀਂ ਛੋੜਨਾ। ਜੋ ਵੋਵਲ ਜਿਸ ਜਗ੍ਹਾ ਤੇ ਲੱਗਣਾ ਹੈ, ਅਗਰ ਉਹ ਔਨ ਦਾ ਲਾਈਨ ਹੈ ਤਾਂ ਔਨ ਦਾ ਲਾਈਨ ਲਗਾਵਾਂਗੇ। ਜੋ ਸਾਊਂਡ ਆ ਰਹੀ ਹੈ, ਅਸੀਂ ਆਰ ਔਰ ਐਲ ਦੀ ਹੁੱਕ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਉਹ ਅਸੀਂ ਸਟ੍ਰੋਕ ਦੇ ਸ਼ੁਰੂ 'ਚ ਲਗਾਣੀ ਹੈ। ਲੇਕਿਨ ਪੋਜੀਸ਼ਨ ਜਿਹੜੀ ਫਿਕਸ ਕਰਨੀ ਹੈ, ਅਸੀਂ ਉਹ ਵੋਵਲ ਦੀ ਸਾਊਂਡ ਤੋਂ ਹੀ ਫਿਕਸ ਕਰਨੀ ਹੈ। ਹੁਣ ਪਲੇਸ ਦੇ ਵਿੱਚ ਏ ਦਾ ਵੋਵਲ ਹੈ ਔਨ ਦਾ ਲਾਈਨ, ਪ੍ਰਾਈਮ ਦੇ ਵਿੱਚ ਆਈ ਦਾ ਡਿਫਥੋਂਗ ਹੈ ਅਬਵ ਦਾ, ਠੀਕ ਹੈ, ਅਬਵ ਦਾ ਲਾਈਨ। ਐਪਲਾਈ ਦੇ ਵਿੱਚ ਸਾਡੇ ਕੋਲ ਐ ਔਰ ਆਈ ਦਾ ਵੋਵਲ ਜਿਹੜਾ ਹੈ ਉਹ ਅਬਵ ਦਾ ਲਾਈਨ, ਯਾਨੀ ਕਿ ਅਸੀਂ ਵੋਵਲਸ ਦੀ ਪੋਜੀਸ਼ਨ ਨੂੰ ਅਸੀਂ ਚੇਂਜ ਨਹੀਂ ਕਰਨਾ, ਜੋ ਪੋਜੀਸ਼ਨ ਹੈ ਉਹੀ ਰੱਖਣੀ ਹੈ। यानी vowels are read with the double consonants according to their place। ਅਸੀਂ ਪਲੇਸ ਨੂੰ ਨਹੀਂ ਛੇੜਨਾ। ਇਹ ਅਸੀਂ ਹਰ ਚੈਪਟਰ ਦੇ ਵਿੱਚ ਫੋਲੋ ਕੀਤਾ ਸੀ, ਲੇਕਿਨ ਅਸੀਂ ਸਰਕਲ ਐਸ ਔਰ ਦੇ ਵਿੱਚ ਥੋੜੀ ਜਿਹੀ ਚੇਂਜ ਕੀਤੀ ਸੀ। ਅਗਰ ਉਹਦੇ ਵਿੱਚ ਅਸੀਂ ਲਗਾਉਂਦੇ ਸੀ, ਅਸੀਂ ਐਸ ਨੂੰ ਵੋਵਲ ਲਗਾਉਣਾ ਤਾਂ ਅਸੀਂ ਪੋਜੀਸ਼ਨ ਚੇਂਜ ਕਰਦੇ ਸੀ। ਅਗਰ ਵਰਡ ਹੈ ਸਪਾਈਸ ਤਾਂ ਅਸੀਂ ਉਹਨੂੰ ਪਿੱਛੇ ਲੈ ਕੇ ਜਾਂਦੇ ਸੀ। ਠੀਕ ਹੈ, ਸੋ ਇਹ ਥੋੜਾ ਜਿਹਾ ਆਪਾਂ ਧਿਆਨ ਰੱਖਾਂਗੇ ਕਿ ਅਸੀਂ ਇਹਦੇ 'ਚ ਇਹ ਈਜ਼ੀ ਹੈ। ਸਰਕਲ ਐਸ ਦੇ ਵਿੱਚ ਸਾਨੂੰ ਸੀਗਾ ਕਿ ਵੋਵਲ ਦੀ ਪੋਜੀਸ਼ਨ ਸਾਨੂੰ ਚੇਂਜ ਕਰਨੀ ਪੈਂਦੀ ਸੀ, ਮਤਲਬ ਅਗਰ ਐਸ ਨੂੰ ਪੜ੍ਹਨਾ ਤਾਂ ਅਸੀਂ ਵੋਵਲ ਉੱਥੇ ਲਗਾਉਣਾ ਪੈਂਦਾ ਸੀ। ਇਹਦੇ ਵਿੱਚ ਐਸਾ ਕੁਛ ਨਹੀਂ। ਹੁਣ ਅਗਲਾ ਪੁਆਇੰਟ ਹੈ ਸਾਡਾ ਐਕਸਟੈਂਡਡ ਯੂਜ਼ ਆਫ ਆਰ ਐਂਡ ਐਲ ਹੁੱਕ, ਯਾਨੀ ਕਿ ਅਸੀਂ ਹੁੱਕ ਨੂੰ ਕਿਸ ਤਰ੍ਹਾਂ ਐਕਸਟੈਂਡ ਕਰਨਾ ਹੈ in order to obtain easier joining। ਅਸੀਂ ਕਰਨਾ ਹੀ easier joining ਹੈ। L hook is employed even though it is followed by a vowel as in, ਯਾਨੀ ਕਿ ਅਸੀਂ ਹਰ ਜਿੰਨੇ ਸ਼ਾਰਟਹੈਂਡ ਦੇ ਚੈਪਟਰ ਕਰਦੇ ਜਾਵਾਂਗੇ ਜਾਂ ਜਿੰਨੇ ਸ਼ਾਰਟਹੈਂਡ ਦੇ ਚੈਪਟਰ ਆਲਰੇਡੀ ਕਰ ਚੁੱਕੇ ਹਾਂ, ਉਹਦੇ ਵਿੱਚ ਹਰ ਇੱਕ ਉਸਨੇ ਇੱਕ ਰੂਲ ਫੋਲੋ ਕਰਨਾ ਹੀ ਕਰਨਾ ਪੈ ਰਿਹਾ ਸਾਨੂੰ ਕਿ ਅਗਰ ਐਂਡ ਦੇ ਵਿੱਚ ਵੋਵਲ ਆਏਗਾ ਤਾਂ ਅਸੀਂ ਇਹ ਰੂਲ ਜਿਹੜਾ ਫੋਲੋ ਨਹੀਂ ਕਰਾਂਗੇ, ਇਹ ਰੂਲ ਅਸੀਂ ਇੰਪਲੀਮੈਂਟ ਨਹੀਂ ਕਰਾਂਗੇ। ਬਟ ਇੱਥੇ ਸਾਨੂੰ ਐਕਸਕਿਊਜ਼ ਕਰ ਰਿਹਾ, ਉਹ ਕਹਿ ਰਿਹਾ ਕਿ ਅਗਰ ਐਲ ਦੇ ਐਂਡ ਵਿੱਚ ਵੀ ਵੋਵਲ ਆ ਰਿਹਾ ਹੈ ਤਦ ਵੀ ਅਸੀਂ ਇਹ ਹੁੱਕ ਲਗਾਵਾਂਗੇ, ਬਟ ਜਸਟ ਇੱਕ ਵੋਵਲ ਪੁੱਟ ਕਰਦਾ। ਜਿਸ ਤਰ੍ਹਾਂ ਫਸਟ ਐਗਜ਼ਾਮਪਲ ਹੈ ਡੀਪਲੀ, ਸਾਨੂੰ ਉੱਥੇ ਐਗਜ਼ਾਮਪਲ ਦੇ ਵਿੱਚ ਪੀ ਨੂੰ ਐਲ ਦੀ ਹੁੱਕ ਲੱਗੀ ਦਿਖ ਰਹੀ ਹੈ ਔਰ ਵੋਵਲ ਲਗਾਤਾ। ਬਰੀਫਲੀ ਐਫ ਨੂੰ ਐਲ ਦੀ ਹੁੱਕ ਹੈ, ਉਹਦੇ ਐਂਡ ਵਿੱਚ ਵੋਵਲ ਹੈ ਲੇਕਿਨ ਅਸੀਂ ਲਗਾਇਆ। ਹੋਪਫੁਲੀ, ਚਾਹੇ ਹੋਪਫੁਲ ਵਰਡ ਹੈ ਤਾਂ ਅਸੀਂ ਵੋਵਲ ਨਹੀਂ ਲਗਾਵਾਂਗੇ, ਲੇਕਿਨ ਅਗਰ ਵਰਡ ਹੋਪਫੁਲੀ ਆ ਗਿਆ ਤਾਂ ਅਸੀਂ ਐਫ ਦੇ ਐਲ ਦੇ ਵਿੱਚ ਐਂਡ ਦੇ ਵਿੱਚ ਅਸੀਂ ਲਗਾ ਦਾਂਗੇ। ਜॉयफुल ਜਾਂ जॉयफुली, ਜੋ ਵੀ ਵਰਡ ਅਗਰ जॉयफुली ਹੈ ਤਾਂ ਅਸੀਂ ਵੋਵਲ ਲਗਾ ਦਾਂਗੇ, ਨਹੀਂ ਹੈ ਤਾਂ ਨਹੀਂ ਲਗਾਵਾਂਗੇ। ਯਾਨੀ ਪੁਆਇੰਟ ਸਾਡਾ ਸਿੰਪਲ ਜਿਹਾ ਹੈ ਕਿ ਅਸੀਂ ਇਸ ਨੂੰ ਵੋਵਲ ਲਗਾ ਸਕਦੇ ਹਾਂ। ਆਰ ਔਰ ਐਲ ਦੇ ਹੁੱਕ ਦੇ ਐਂਡ ਵਿੱਚ ਅਗਰ ਵੋਵਲ ਆ ਰਿਹਾ ਹੈ ਫੋਲੋਡ ਬਾਈ ਵੋਵਲ, ਐਂਡ ਵਿੱਚ ਵੋਵਲ ਆ ਰਿਹਾ ਤਾਂ ਵੀ ਅਸੀਂ ਇਸ ਹੁੱਕ ਨੂੰ ਇੰਪਲੀਮੈਂਟ ਕਰਾਂਗੇ। ਠੀਕ ਹੈ, ਨੈਕਸਟ ਆਪਣਾ ਪੁਆਇੰਟ ਹੈ एक्सेप्शंस ऑफ द हुक्स, यानी कि हुक किथे किथे इंप्लीमेंट नहीं होएगी, किथे किथे ये नहीं लगेगी। The hooks are not applicable with the strokes mentioned below because they already have a hook or a circle in the beginning. Also, s, z, l and downward r are not hooked, यानी कि ਅਸੀਂ स ਨੂੰ, z ਨੂੰ, l ਨੂੰ and r ਨੂੰ ਅਸੀਂ ਹੁੱਕ नहीं लगाओगे। क्यों नहीं लगावांगे? इस करके नहीं लगावांगे क्योंकि अगर ਅਸੀਂ ਸ ਨੂੰ ਹੁੱਕ ਲਗਾਵਾਂਗੇ ਤਾਂ ਹੁੱਕ ਲਗਾਵਾਂਗੇ ਆਰ ਦੀ ਜਾਂ ਐਲ ਦੀ,
टिल्ट हो जाएगा, टिल्ट होएगा तो श बन जाएगा, ਅਸੀਂ ਹੁੱਕ ਨੂੰ नहीं लगा सकते। ज च भी यही प्रॉब्लम आएगी, ਉਹ ਟਿਲਟ ਹੋ ਜਾਏਗਾ, ਉਹ ਜ਼ ਬਣ ਜਾਏਗਾ। ਔਰ ਅਗਰ ਅਸੀਂ ਐਲ ਨੂੰ ਲਗਾਉਂਗੇ ਤਾਂ ਉਹ ਸਾਡੇ ਕੋਲ ਵੇ ਦੀ ਸਾਊਂਡ ਦੇਗਾ, ਜੋ ਕਿ ਅਸੀਂ ਹਲੇ ਸ਼ਾਇਦ ਚੈਪਟਰ ਕਰਨਾ ਹੈ। ਅਗਰ ਅਸੀਂ ਐਲ ਦੀ ਇਨੀਸ਼ੀਅਲ ਹੁੱਕ ਲਗਾਵਾਂਗੇ ਤਾਂ ਵੇ ਦੀ ਸਾਊਂਡ ਦੇਗਾ, ਵੇ ਪਲੱਸ ਐਲ ਹੋ ਜਾਏਗਾ। आर में भी नहीं जी लगा मैम अपने सकते, को ठीक 5 है, to 8 मिनट आ जी, ठीक है जी। ठीक है मैम, नो प्रॉब्लम, ठीक है। सो नीचे ਆਪਾਂ एग्जांपल्स ਦਿੱਤੀਆਂ ਵੇ ਇਹ ਕੇ ਡਾਊਨਵਰਡ, ਠੀਕ ਹੈ। ਅਸੀਂ ਇਹਨਾਂ ਨੂੰ ਹੁੱਕ ਨਹੀਂ ਲਗਾ ਸਕਦੇ, ਵੇ ਨੂੰ ਆਲਰੇਡੀ ਲੱਗੀ ਹੋਈ ਹੈ ਨਹੀਂ ਲਗਾਵਾਂਗੇ, ਇਹ ਨੂੰ ਆਲਰੇਡੀ ਲੱਗੀ ਹੋਈ ਨਹੀਂ ਲਗਾ ਸਕਦੇ, ਇਹ ਅਪਵਰਡ ਔਰ ਡਾਊਨਵਰਡ ਨੂੰ ਸਾਡੇ ਕੋਲ ਸਰਕਲ ਹੈ ਨਹੀਂ ਲਗਾ ਸਕਦੇ। ਆਰ ਨੂੰ ਅਗਰ ਅਸੀਂ ਲਗਾਵਾਂਗੇ ਅਪਵਰਡ ਨੂੰ ਤਾਂ ਵੇ ਬਣ ਜਾਏਗਾ ਜਾਂ ਇਹ ਬਣ ਜਾਏਗਾ, ਨਹੀਂ ਲਗਾ ਸਕਦੇ। ਉਸ ਤੋਂ ਬਾਅਦ ਨੈਕਸਟ ਆਪਣਾ ਪੁਆਇੰਟ ਹੈ ਗ੍ਰਾਮਰ ਲੌਸ। ਗ੍ਰਾਮਰ ਲੌਸ ਮੀਨ ਸ਼ਾਰਟ ਫਾਰਮ, ਜਿਹੜੇ ਕਿ ਹਰ ਚੈਪਟਰ ਦੇ ਵਿੱਚ ਅਸੀਂ ਫ੍ਰੀਕੁਐਂਟਲੀ ਜਿਹੜੇ ਵਰਡ ਯੂਜ਼ ਕਰਦੇ ਆ, ਇਹ ਅਸੀਂ ਕਰਨੇ ਹੀ ਕਰਨੇ ਹੈ, ਠੀਕ ਹੈ। ਇਹ ਹਰ ਚੈਪਟਰ ਦੇ ਵਿੱਚ ਹੈ, ਇਹਦੇ ਵਿੱਚ ਤੁਸੀਂ ਕਹਿ ਲਓ ਇਹਦੀ ਸਿਰਫ ਪ੍ਰੈਕਟਿਸ ਹੈ, ਰੱਟਾ ਹੈ, ਜਿੰਨੀ ਪ੍ਰੈਕਟਿਸ ਹੈ ਕਰੋਗੇ। ਇਹ ਉਹ ਵਰਡਸ ਹੁੰਦੇ ਆ ਕਿ ਜਿਹੜੇ ਫ੍ਰੀਕੁਐਂਟਲੀ ਇੰਗਲਿਸ਼ ਦੇ ਵਿੱਚ ਇੱਕ ਸੈਂਟੈਂਸ ਦੇ ਵਿੱਚ ਐਟਲੀਸਟ 4-5 ਵਾਰੀ ਰਿਪੀਟ ਹੁੰਦੇ ਹੀ ਹੁੰਦੇ, ਯੂਜ਼ ਹੁੰਦੇ ਹੀ, ਉਹ ਹਰ ਚੈਪਟਰ 'ਚ ਕਰਨੇ ਆ। ਹੁਣ ਇਸ ਜਿੰਨੇ ਗ੍ਰਾਮਰ ਲੌਸ ਹੈਗੇ ਆ ਉਹ ਅਸੀਂ ਇਹਦੀ ਸਿਰਫ ਪ੍ਰੈਕਟਿਸ ਕਰਨੇ ਆ। ਪ੍ਰਿੰਸੀਪਲ, ਲਿਬਰਟੀ, ਮੈਂਬਰ, ਨੰਬਰ, ठीक है, डॉक्टर, डियर, ड्यूरिंग, चेयर, चेयर, लार्जर, केयर, पीपल, बिलीव, 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 सेम होंगे। however वैल्यूएशन, इस सारे ਦੀ ਤੁਸੀਂ वैल्यूएशन लिखना है या प्रिंसिपल लिखना है, ਅਸੀਂ पी आर एन सी पी एल कुछ नहीं लिखना, जस्ट पी ਨੂੰ आर ਦੀ ਹੁੱਕ ਲਗਾਏ ਤਾਂ ਅਸੀਂ ਉਸ ਨੂੰ प्रिंसिपल लिखना है, ठीक है। एक ग्रामर लॉग सिर्फ प्रैक्टिस मांगते हैं, तो एक एक पेज एटलीस्ट ग्रामर लॉग पे मिनिमम 6-7 पेजेस करोगे ਤਾਂ ਤੁਹਾਨੂੰ ਲਰਨ ਹੋਣਗੇ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਡਾ ਆਲਰੇਡੀ ਦਾ ਸਰਕਲ ਜਾਂ ਸਵਰ ਦਾ ਸਰਕਲ ਜਾਂ ਸਟਰ ਦੀ ਲੂਪ ਅਸੀਂ ਆਲਰੇਡੀ ਕਰ ਚੁੱਕੇ ਹਾਂ ਪ੍ਰੀਵੀਅਸ ਚੈਪਟਰ ਦੇ ਵਿੱਚ। ਲੇਕਿਨ ਉਹ ਕਹਿੰਦਾ ਕਿ ਅਗਰ ਸਾਨੂੰ ਇਸ ਤੋਂ ਪਹਿਲਾਂ ਸਾਨੂੰ ਆਰ ਦੀ ਸਾਊਂਡ ਆਏਗੀ ਤਾਂ ਅਸੀਂ ਕੀ ਕਰਾਂਗੇ, sir, swer, stir comes before a straight stroke, hook for R, then a small circle for S, a big circle for swer, and a small loop for stir will be written on the same side of R hook. It automatically covers R. यानी कि ਅਸੀਂ ਜਿੰਨੀ एग्जांपल देखोगे ਤੁਸੀਂ सूट ਵਿੱਚ ਅਸੀਂ S और T ਲਿਖਿਆ ਹੈ, ਲੇਕਿਨ सूटर ਸਾਨੂੰ ਪਹਿਲੇ S ਰੀਡ ਹੋ ਰਿਹਾ ਫਿਰ T ਹੋ ਰਿਹਾ, ਬਟ R ਜਿਹੜਾ ਹੈ ਉਹ ਕਿਤੇ ਵੀ ਵਿਜ਼ੀਬਲੀ ਨਹੀਂ ਹੈ, ਲੇਕਿਨ ਅਸੀਂ R ਵੀ ਰੀਡ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ R ਵਾਲੀ ਸਾਈਡ, अगर ਅਸੀਂ R वाली साइड S का सर्कल लगा देंगे तो S हमेशा एज पर रूल S का सर्कल, और ਜਿਹੜਾ R है वो हमेशा स्ट्रोक के बाद पढ़िया जाएगा, तो ਅਸੀਂ तो इस करके ये सारी एग्जांपल है। ਸਾਡੇ ਕੋਲ थोड़ी टाइम भी शॉर्ट है, जो थोड़ी स्पीडली कर रहे हैं क्योंकि टाइम खत्म हो रहा है। तो स्प्रे, स्प्रे, सैप, सैपर, स्वीप, स्वीपर, ये सारी एग्जांपल ਜਿਹੜੀਆਂ ਹੈ अगर ਅਸੀਂ R वाली साइड पुट कर ਦਾਂਗੇ ਤਾਂ ਪਹਿਲਾਂ ਅਸੀਂ S ਪੜਾਂਗੇ ਜਾਂ ਸਵ ਪੜਾਂਗੇ ਜਾਂ ਸਟਰ ਪੜਾਂਗੇ, ਫਿਰ ਅਸੀਂ ਰੀਡ ਕਰਾਂਗੇ ਸਟ੍ਰੋਕ, ਔਰ ਫਿਰ ਉਸ ਤੋਂ ਬਾਅਦ ਅਸੀਂ ਰੀਡ ਕਰਾਂਗੇ R। ਔਰ ਉਸ ਤੋਂ ਬਾਅਦ ਇਹ ਵਾਲੀ ਸੇਮ ਪੁਆਇੰਟ ਜਿਹੜਾ ਸਰਕਲ ਵਿੱਚ PL, BL, etc. ਇਹਦੇ ਵਿੱਚ when a circle precedes a double consonant, it is indicated clearly inside the hook। यानी ਹੁਣ ਅਗਰ ਅਸੀਂ L ਵਾਲੀ ਸਾਈਡ ਅਸੀਂ S ਦਾ ਸਰਕਲ ਸ਼ੁਰੂ ਚ ਲਗਾਣਾ ਤਾਂ ਇਹ ਬਹੁਤ ਈਜ਼ੀ ਹੈ, ਇਹਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿੱਦਾਂ ਫਰਸਟ ਐਗਜ਼ਾਮਪਲ ਹੈ ਸਪਲਾਈ, ਤਾਂ ਅਸੀਂ ਪਹਿਲੇ S ਦਾ ਸਰਕਲ ਲਗਾਇਆ, ਫਿਰ ਅਸੀਂ P ਲਗਾਇਆ, ਔਰ L ਦੀ ਹੁੱਕ ਦੇ ਵਿੱਚ ਅਗਰ ਅਸੀਂ S ਦਾ ਸਰਕਲ ਲਗਾ ਰਹੇ ਹਾਂ, ਪਹਿਲਾਂ S ਦਾ ਸਰਕਲ ਰੀਡ ਕਰਾਂਗੇ, ਫਿਰ ਅਸੀਂ P ਰੀਡ ਕਰਾਂਗੇ, ਫਿਰ ਅਸੀਂ ਉਸ ਤੋਂ ਬਾਅਦ L ਕਰਾਂਗੇ। अगला है सेटल, S ਦਾ ਸਰਕਲ T और L। ਉਸ ਤੋਂ ਬਾਅਦ अगला है सैडल, S ਦਾ सर्कल T और L, ठीक है। ਉਸ ਤੋਂ ਬਾਅਦ ਇਹੀ ਚੀਜ਼ ਅੱਗੇ ਸੇਮ ਫੋਲੋ ਕਰਾਂਗੇ ਕਰਵਡ ਵੇ ਵਿੱਚ ਕੀ ਕਰਾਂਗੇ, ਕਰਵ ਦੇ ਵਿੱਚ ਅਸੀਂ ਕਰਾਂਗੇ ਓਨਲੀ ਸਰਕਲ S in the beginning can be attached, it is to be shown clearly inside the hook। ਹੁੱਕ ਦੇ ਵਿੱਚ ਅਗਰ ਸਾਨੂੰ ਅਗਰ ਪਹਿਲਾਂ S ਦੀ ਸਾਊਂਡ ਹੈ, ਫਿਰ F ਦੀ ਸਾਊਂਡ ਹੈ, ਫਿਰ R ਦੀ ਸਾਊਂਡ ਹੈ, ਤਾਂ ਅਸੀਂ R ਦੀ ਹੁੱਕ ਦੇ ਵਿੱਚ ਅਸੀਂ स्मॉल सर्कल ऐड ऑन करी जाओगे, सफर, समर, सोनर, सिनर। और अगर L भी लगाना है, S के सर्कल तो बाद कर कोई भी स्ट्रोक की साउंड है, कर्व की साउंड है, फिर L की साउंड है, ਅਸੀਂ ਲਾਰਜ ਹੁੱਕ ਦੇ ਵਿੱਚ ਇੱਕ ਸਮਾਲ S ਦਾ ਸਰਕਲ ਲਗਾਈ ਜਾਓ, ਠੀਕ ਹੈ। ਉਸ ਤੋਂ ਬਾਅਦ ਹੈ ਫਰੇਜ਼ੋਗ੍ਰਾਫੀ। ਫਰੇਜ਼ੋਗ੍ਰਾਫੀ ਮੀਨਸ ਕਿ ਜਦ ਅਸੀਂ कोई भी 2 या 3 या 4 वर्ड्स विदाउट लिफ्टिंग द पेन और पेंसिल ऐड ऑन करते हैं,
तो ये साडी स्पीड दे विच कह लो भी एक रामबाण का काम करते हैं। साडी जितनी स्पीड मैक्सिमम शॉर्ट हैंड दे विच इंक्रीज होनी है और विद द हेल्प ऑफ फ्रेजोग्राफी ही होनी है। फ्रेजोग्राफी के अगे जाके सेक्शन 7 क्लियर करने हैं। तो ये तीन तीन वर्ड जिस तरह फॉर एग्जांपल एग्री विद द टू ब्रिंग द मैटर 4 वर्ड्स है टू ब्रिंग अबाउट द है। ये सारे 3 4 5 5 वर्ड्स ਨੂੰ ਅਸੀਂ फ्रेजोग्राफी ਨਾਲ यूज करना है। ਇਹਨਾਂ ਦੇ ਵਿੱਚ ਅਸੀਂ आर और एल ਦੀ ਹੁੱਕ ਦਾ यूज ਕੀਤਾ ਹੋਇਆ ਹੈ और ਅਸੀਂ ਅੱਗੇ ਜਾ ਕੇ 7 ਸੈਕਸ਼ਨਸ ਕਲੀਅਰ ਕਰਨੇ ਆ फ्रेजोग्राफी ਦਾ। ਸੋ ਮੈਕਸਿਮਮ ਪ੍ਰੈਕਟਿਸ ਜਿਹੜੀ ਹੈ ਉਹ फ्रेजोग्राफी ਮੰਗੇਗਾ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਇੰਟਰਵਨਿੰਗ ਵੋਵਲ। ਇੰਟਰਵਨਿੰਗ ਵੋਵਲ ਮੀਨਸ ਕਿ ਜਦ ਅਸੀਂ ਕੋਈ ਵੀ ਅਗਰ ਅਸੀਂ ਆਰ ਔਰ ਐਲ ਦੀ यूज कर रहे हैं लेकिन ਉਹਦੇ हल्का जो कोई वॉबल आ जाएगा तो ਅਸੀਂ क्या उसे हुक लगावांगे या नहीं लगावांगे। ਅਸੀਂ ਉੱਥੇ हुक ਦਾ ਇਸਤੇਮਾਲ ਕਰ ਸਕਦੇ ਹਾਂ ਬਟ ਅਸੀਂ ਹਲਕੇ ਜਿਹੇ ਡਾਟ ਦੀ ਜਿਹੜੀ ਹੈ ਜਿਹੜੇ ਵੋਬਲ ਦੀ ਸ਼ੇਪ ਹੈ ਉਹ ਚੇਂਜ ਕਰ ਦਾਂਗੇ। ਜਿੱਦਾਂ ਫਸਟ ਐਗਜ਼ਾਮਪਲ ਹੈ ਚੈਲੰਜ। ਚੈਲੰਜ ਦੇ ਵਿੱਚ ਸਾਨੂੰ ਚ ਔਰ ਐਲ ਦੇ ਵਿੱਚ ਕਲੀਅਰ ਕੱਟ ਸਾਨੂੰ ਚੈਲ यानी कि वॉवल की साउंड आ रही है लेकिन आप उत्थे वॉवल की जगह से डिस्प्ले किया है सर्कल यानी च और चल की जगह चैल है। शार्प के विच सर की जगह शार्प है डर की जगह डार्क है। ठीक है इट मीनस ਅਸੀਂ ਜਿੱਥੇ ਵੋਵਲ ਅਸੀਂ यूज कर सकते हैं ਹੁੱਕ ਦੇ ਵਿੱਚ ਅਗਰ ਆਰ ਔਰ ਐਲ ਦੀ ਹੁੱਕ ਦੇ ਵਿੱਚ ਸਟ੍ਰੋਕ ਦੇ ਵਿੱਚ ਵੋਵਲ यूज ਕਰਨਾ ਤਾਂ ਅਸੀਂ ਕਰ ਸਕਦੇ ਹਾਂ। ਅਸੀਂ ਇਹਨਾਂ ਨੂੰ यूज ਕਰ ਸਕਦੇ ਹਾਂ ਬਟ ਸਿੰਬਲ ਵੋਵਲ ਦੀ ਜਗ੍ਹਾ ਅਸੀਂ ਸਰਕਲ। ਹੁਣ ਇਸ ਤੋਂ ਬਾਅਦ ਆਪਣਾ ਕਨਕਲੂਜਨ ਇਹ ਹੈ ਕਿ ਅਸੀਂ ਆਰ ਦੀ ਹੁੱਕ ਜਿਹੜੀ ਹੈ ਉਹ ਰਾਈਟ ਸਾਈਡ एल ਦੀ ਹੁੱਕ ਜਿਹੜੀ ਹੈ ਉਹ ਲੈਫਟ ਸਾਈਡ कर्व ਦੇ ਅੰਦਰ ਸਮਾਲ ਔਰ ਆਰ ਦੀ ਹੁੱਕ ਲਾਰਜ ਹੈ ਉਹ ਜਿਹੜੀ ਲਾਰਜ ਹੈਗੀ ਉਹ कर्व ਦੇ ਅੰਦਰ ਲਗਾਵਾਂਗੇ। ਸ਼ਰ ਦੀ ਹੁੱਕ ਜਿਹੜੀ ਹੈ ਉਹ ਡਾਊਨਵਰਡ ਸ਼ਲ ਦੀ ਹੁੱਕ ਜਿਹੜੀ ਹੈ ਆਲਵੇਜ਼ ਅਪਵਰਡ। ਠੀਕ ਹੈ ਇਹ ਸਾਡਾ ਮੇਨ ਕਨਕਲੂਜਨ ਸੀ। ਉਸ ਤੋਂ ਬਾਅਦ ਐਟ ਦ ਐਂਡ ਆਫ ਇੱਕ ਵਾਰੀ ਚੈਪਟਰ ਚਲੋ ਹੋ ਗਿਆ ਸਾਡਾ ਪੂਰਾ ਮੇਨ। ਉਸ ਤੋਂ ਬਾਅਦ ਆਪਾਂ ਇੱਕ ਜ਼ਰੂਰ ਗੱਲ ਕਰਨੀ ਚਾਹਾਂਗੇ ਮਿਸ਼ਨ ਫਤਿਹ ਦੀ ਜਿਹੜਾ ਕਿ ਅਸੀਂ ਫਿਲ ਕਰਨਾ ਹੀ ਕਰਨਾ ਹੈ 3 ਪ੍ਰੀਕਾਸ਼ਨਸ ਦੇ ਨਾਲ ਵੀਅਰ ਫੇਸ ਮਾਸਕ वॉश योर हैंड्स एंड सोशल डिस्टेंसिंग एटलीस्ट 6 फीट। ठीक है बार बार अपना अब एक मास्क तो बिना ना निकलो मास्क जरूर पाओ क्योंकि इस टाइम ਆਪਾਂ ਮਿਸ਼ਨ ਫਤਿਹ ਕਰਨਾ ਜੋ ਸਾਡੇ ਸੀਐਮ ਵੱਲੋਂ ਚੱਲ ਰਹੀ ਹੈਗੀ ਆ ਅਸੀਂ ਜ਼ਰੂਰ ਆਪਾਂ ਐਪਲੀਕੇਬਲ ਕਰਨਾ ਹੈ ਕਿਉਂਕਿ ਇਹ ਲੋਕਾਂ ਵਾਸਤੇ ਸਕੀਮ ਹੈ और लोगों की ही बनी है कि अगर ਤੁਹਾਡਾ कोई रिलेटिव भी है चाहे ਤੁਹਾਡਾ कोई भी बंदा है अगर उसने मास्क नहीं पाया कोई ਤੁਹਾਡਾ कलीग है ਤੁਹਾਡਾ कोई फ्रेंड है तो उसको फ्रिक्वेंटली रमन मैंने टाइम प्लीज। ओके ओके ठीक है मास्क जरूर पाओ और अपना 20 सेकंड्स लिए अपने हैंड्स जरूर वॉश करो। रमन मैम हाँ जी सोशल डिस्टेंसिंग जरूर करो और अपने आप ਨੂੰ ਕੋਵਿਡ ਜਿਹੜੀ ਕੋਵਾ ਐਪ ਇੰਸਟਾਲ ਕਰੋ और ਆਪਾਂ ਜਿਹੜਾ ਪੈਂਡੇਮਿਕ ਸਟੇਜ ਤੋਂ ਚੱਲ